ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ, ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ ਜੀ, ਆਪ ਸਾਰੇ ਹੀ ਵਡਭਾਗੇ ਹੋ ਜਿੱਥੇ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਸਰਗੁਣ ਸਰੂਪ ਦਸਵੇਂ ਗੁਰੂ ਨਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ ਦੇ ਵਾਸਤੇ ਅਵਤਾਰ ਧਾਰਿਆ, ਆਪਣਾ ਆਪ ਪ੍ਰਕਾਸ਼ ਕੀਤਾ। ਉਸ ਮਹਾਨ ਪਵਿੱਤਰ ਅਸਥਾਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਆਪਣਾ ਲੋਕ ਪਰਲੋਕ ਸੁਹੇਲਾ ਬਣਾ ਰਹੇ ਹੋ। ਕਲਗੀਧਰ ਦਸਵੇਂ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਇਹੀ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ ਅਤੇ ਇਹ ਸਭ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਰਹਿਮਤ ਦਾ ਸਦਕਾ ਹੈ। ਸੋ ਸਾਧ ਸੰਗਤ ਜੀ, ਇਸ ਸਮੇਂ ਗੁਰ ਇਤਿਹਾਸ ਦੀ ਲੜੀਵਾਰ ਕਥਾ ਚੱਲ ਰਹੀ ਹੈ। ਕਵੀਆਂ ਦੇ ਸਿਰਮੌਰ ਚੂੜਾਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੁਆਰਾ ਰਚਿਤ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ 7ਵੀਂ ਰਾਸ ਚੱਲ ਰਹੀ ਹੈ। ਕੁੱਲ 12 ਰਾਸਾਂ ਹਨ, 6 ਰੁੱਤਾਂ, 2 ਐਨਾਂ ਵਿੱਚ 10 ਪਾਤਸ਼ਾਹੀਆਂ ਦਾ ਜੀਵਨ ਬਿਰਤਾਂਤ ਚੂੜਾਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਵਰਣਨ ਕੀਤਾ ਹੈ। ਸੋ 7ਵੀਂ ਰਾਸ ਦੀ ਕਥਾ ਚੱਲ ਰਹੀ ਹੈ। ਕੱਲ੍ਹ ਦੇ ਪ੍ਰਕਰਨ ਅੰਦਰ ਆਪ ਸਾਰਿਆਂ ਨੇ ਸਰਵਣ ਕੀਤਾ। ਮੀਰੀ ਪੀਰੀ ਦੇ ਮਾਲਕ ਦਲ ਭੰਜਨ ਗੁਰ ਸੂਰਮਾ ਬੜ ਯੋਧਾ ਬਹੁ ਪਰਉਪਕਾਰੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਾਂਗੜਪੁਰ ਜੋਧ ਸਾਹ ਦੇ ਕੋਲ ਟਿਕੇ ਹੋਏ ਹਨ। ਕਿਤਨੇ ਦਿਨ ਉੱਥੇ ਰਹਿ ਕੇ ਬਤੀਤ ਕੀਤੇ। ਜੋਧ ਸਾਹ ਨਿਤਾ ਪ੍ਰਤੀ ਗੁਰੂ ਸਾਹਿਬ ਜੀ ਦੇ ਦਰਸ਼ਨ ਪਰਸ਼ਨ ਕਰਨ ਆਉਂਦਾ ਹੈ। ਜੋਧ ਸਾਹ ਦੀ ਜੋ ਪਤਨੀ ਗੁਰਸਿੱਖ ਦੀ ਸਪੁੱਤਰੀ ਸੀ ਔਰ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਬੇਨਤੀ ਕਰਕੇ ਆਪਣੇ ਪਤੀ ਜੋਧ ਸਾਹ ਨੂੰ ਵੀ ਸਿੱਖੀ ਦੀ ਦਾਤ ਦਿਵਾਈ। ਸੋ ਸਿੱਖ ਸੰਗਤਾਂ ਨੂੰ ਜਿੱਥੋਂ ਦੂਰੋਂ ਨੇੜਿਓਂ ਪਤਾ ਲੱਗਿਆ ਕਿ ਗੁਰੂ ਸਾਹਿਬ ਜੀ ਕਾਂਗੜਪੁਰ ਵਿਖੇ ਨਿਵਾਸ ਕਰ ਰਹੇ ਹਨ, ਕਾਬਲ ਦੀਆਂ ਸੰਗਤਾਂ ਆਈਆਂ ਔਰ 2 ਮਸੰਦ ਜੋ ਮੁਖੀ ਹਨ ਬਖਤ ਮਲ ਅਤੇ ਤਾਰਾ ਚੰਦ, ਇਹ 2 ਕਾਬਲ ਦੀਆਂ ਸੰਗਤਾਂ ਨੂੰ ਲੈ ਕੇ ਆਏ। ਗੁਰੂ ਸਾਹਿਬ ਜੀ ਦੇ ਚਰਨਾਂ 'ਚ ਹਾਜ਼ਰ ਹੋ ਕੇ ਮੱਥਾ ਟੇਕਿਆ, ਭੇਟਾਵਾਂ ਅਰਪਣ ਕੀਤੀਆਂ। ਮਸੰਦਾਂ ਦੇ ਨਾਲ ਜੋ ਸਿੱਖ ਸੰਗਤਾਂ ਆਈਆਂ ਸਨ ਉਹਨਾਂ ਨੇ ਵੀ ਕਾਰ ਭੇਟਾ ਅਰਪਣ ਕੀਤੀ। ਉਪਰੰਤ ਗੁਰੂ ਸਾਹਿਬ ਜੀ ਨੇ ਦੋਹਾਂ ਮਸੰਦਾਂ ਨੂੰ ਮੁਖਾਤਬ ਹੋ ਕੇ ਪੁੱਛਿਆ ਕਿ ਭਾਈ ਤੁਸੀਂ ਕਿੱਧਰੋਂ ਆ ਰਹੇ ਹੋ? ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਪਰਸ਼ਨ ਕੀਤੇ ਕਿ ਨਹੀਂ? ਕਿਹੜੇ ਰਸਤਿਓਂ ਆਏ ਹੋ? ਕਿਹਾ ਮਹਾਰਾਜ ਸਿੱਧੇ ਰਸਤੇ ਚੱਲ ਕੇ ਪਹਿਲਾਂ ਲਾਹੌਰ ਸ਼ਹਿਰ ਆਏ। ਪਤਾ ਲੱਗਿਆ ਕਿ ਆਪ ਇੱਥੇ ਨਿਵਾਸ ਕਰ ਰਹੇ ਹੋ। ਅਸੀਂ ਜਾਣਾ ਤਾਂ ਅੰਮ੍ਰਿਤਸਰ ਸਾਹਿਬ ਸੀ, ਪਰ ਸੋਚਿਆ ਪਹਿਲਾਂ ਆਪ ਜੀ ਦੇ ਦਰਸ਼ਨ ਕਰਕੇ ਹੀ ਫਿਰ ਜਾਵਾਂਗੇ। ਤਾਂ ਗੁਰੂ ਸਾਹਿਬ ਜੀ ਨੇ ਕਿਹਾ ਕਿ ਲਾਹੌਰ ਵਿਖੇ ਸ਼ਾਹਜਹਾਂ ਬਾਦਸ਼ਾਹ ਰਹਿੰਦਾ ਹੈ, ਉਸ ਨੂੰ ਦੇਖਿਆ ਕਿ ਨਹੀਂ? ਕਿੰਨੀ ਕੁ ਫੌਜ ਸਾਰੇ ਨਗਰ ਵਿੱਚ ਰਹਿੰਦੀ ਹੈ ਔਰ ਉਸ ਦੇ ਕੋਲ ਕਿੰਨੀ ਕੁ ਰਹਿੰਦੀ ਹੈ, ਕਿੰਨੀ ਤਕੜਾਈ ਹੈ, ਕਿੰਨੇ ਹਾਥੀ ਘੋੜੇ ਹਨ। ਉਹ ਮਸੰਦਾਂ ਨੇ ਸਾਰੀ ਵਾਰਤਾ ਦੱਸੀ ਕਿ ਮਹਾਰਾਜ ਜਦੋਂ ਚਲਦੇ ਚਲਦੇ ਲਾਹੌਰ ਸ਼ਹਿਰ ਆਏ, ਉੱਥੇ ਦੇ ਲੋਕਾਂ ਤੋਂ ਪਤਾ ਲੱਗਿਆ ਕਿ ਕੱਲ੍ਹ ਬਕਰੀਦ ਦਾ ਦਿਨ ਹੈ ਔਰ ਸ਼ਾਹਜਹਾਂ ਮਹਿਲ 'ਚੋਂ ਸੰਮਨ ਬੁਰਜ 'ਚੋਂ ਬਾਹਰ ਨਿਕਲੇਗਾ, ਸਾਰਿਆਂ ਦੇ ਨਾਲ ਨਮਾਜ਼ ਪੜ੍ਹੇਗਾ। ਬਹੁਤ ਲਾਓ ਲਸ਼ਕਰ ਹਾਥੀ ਘੋੜਿਆਂ ਦੇ ਸਹਿਤ ਉਹ ਬਾਹਰ ਨਿਕਲਿਆ। ਹਜ਼ਾਰਾਂ ਲੱਖਾਂ ਲੋਕ ਬਾਦਸ਼ਾਹ ਦੇ ਦਰਸ਼ਨ ਕਰਨ ਵਾਸਤੇ ਉਮੜ ਕੇ ਆਏ।
ਬਾਦਸ਼ਾਹ ਦੇ ਅੱਗੇ ਦੋ ਬੜੇ ਪਿਆਰੇ ਚੰਚਲ ਬਲੀ ਘੋੜੇ ਮੈਂ ਦੇਖੇ। ਲੋਕਾਂ ਤੋਂ ਪਤਾ ਲੱਗਿਆ ਕਿ ਬਹੁਤ ਕੀਮਤੀ ਔਰ ਬਹੁਤ ਚੰਚਲ ਘੋੜੇ ਹਨ। ਇੱਕ ਦਾ ਨਾਮ ਗੁਲਬਾਗ ਅਤੇ ਇੱਕ ਦਾ ਨਾਮ ਦਿਲਬਾਗ ਹੈ। ਇਹ ਦੋ ਘੋੜੇ ਹਨ ਜੋ ਆਪਣੀ ਨਿਗਾਹ ਹੇਠ ਰੱਖਦਾ ਸ਼ਾਹਜਹਾਂ, ਕਿਸੇ ਦਾ ਵਿਸਾਹ ਨਹੀਂ ਕਰਦਾ। ਅਤੇ ਸਿੱਖ ਸੰਗਤਾਂ ਜੋ ਕਾਬਲ ਦੀਆਂ ਸਨ ਆਪਸ ਵਿੱਚ ਕਹਿਣ ਲੱਗੀਆਂ ਕਿ ਇਹ ਦੋ ਘੋੜੇ ਤਾਂ ਗੁਰੂ ਸਾਹਿਬ ਜੀ ਦੇ ਲਾਇਕ ਹਨ। ਬਾਦਸ਼ਾਹ ਦੇ ਕੋਲ ਹੈ ਪਰ ਉਹ ਚੜ੍ਹਨਾ ਅਤੇ ਲੜਨਾ ਜਾਣਦਾ ਨਹੀਂ। ਜੋ ਚੜ੍ਹਨ ਅਤੇ ਘੋੜ ਸਵਾਰੀ ਕਰਨ ਲੜਨ ਵਿੱਚ ਮਾਹਿਰ ਹੋਵੇ ਉਹਨਾਂ ਦੇ ਪਾਸ ਐਸੇ ਘੋੜੇ ਚਾਹੀਦੇ ਹਨ। ਅਤੇ ਸਿੱਖ ਸੰਗਤਾਂ ਸਰਦਾ ਭਾਵਨਾ ਦੇ ਨਾਲ ਕਹਿ ਰਹੀਆਂ ਹਨ ਕਿ ਹੇ ਮਹਾਰਾਜ, ਯਤਨ ਕਰੋ, ਕਿਵੇਂ ਵੀ ਘੋੜੇ ਮੰਗਵਾਓ। ਆਪ ਜੀ ਤੋਂ ਕੋਈ ਮੁਸ਼ਕਿਲ ਕੰਮ ਨਹੀਂ। ਤੁਸੀਂ ਚਾਹੋ ਤਾਂ ਉਹ ਘੋੜੇ ਮੰਗਵਾ ਕੇ ਅਸਵਾਰੀ ਕਰ ਸਕਦੇ ਹੋ। ਇਸ ਤਰ੍ਹਾਂ ਸਿੱਖ ਸੰਗਤਾਂ ਆਪਣੀਆਂ ਮਨ ਦੀਆਂ ਭਾਵਨਾਵਾਂ ਵਿਅਕਤ ਕਰ ਰਹੀਆਂ ਹਨ ਅਤੇ ਗੁਰੂ ਸਾਹਿਬ ਜੀ ਅੱਗੇ ਕੀ ਕੌਤਕ ਵਰਤਾਉਂਦੇ ਹਨ। ਅਗਲੀ ਕਥਾ ਸਰਵਣ ਕਰਨ ਦੇ ਲਈ ਆਪੋ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰੀਏ। ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ, ਗੁਰ ਕੈ ਚਰਨ ਹਿਰਦੈ ਲੈ ਧਾਰਉ, ਗੁਰ ਪਾਰ ਬ੍ਰਹਮ ਸਦਾ ਨਮਸਕਾਰਉ। ਸਤਿਗੁਰਾਂ ਦੇ ਪਵਿੱਤਰ ਚਰਨਾਂ ਕਮਲਾਂ ਨੂੰ ਹਿਰਦੇ ਵਿੱਚ ਵਸਾਉਂਦੇ ਹੋਏ ਰਸਨਾ ਪਵਿੱਤਰ ਕਰੀਏ। ਸਾਰੇ ਮਾਈ ਭਾਈ ਗੱਜ ਵੱਜ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਜੀ। ਫਿਰ ਸਾਰੇ ਗੱਜ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਜੀ। ਚੜ ਸੰਗਤ ਕੋ ਦਰਸ਼ਨ ਦਹਿ। ਸੋ ਸਾਧ ਸੰਗਤ ਜੀ, ਕਵੀਆਂ ਦੇ ਸਿਰਮੌਰ ਚੂੜਾਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਅਗਲੀ ਕਥਾ ਵਰਣਨ ਕਰ ਰਹੇ ਹਨ। ਕਾਬਲ ਦੀਆਂ ਸੰਗਤਾਂ ਗੁਰੂ ਮਹਾਰਾਜ ਜੀ ਨੂੰ ਬੇਨਤੀ ਕਰ ਰਹੀਆਂ ਹਨ ਕਿ ਮਹਾਰਾਜ ਉਹ ਦੋ ਗੁਲਬਾਗ ਦਿਲਬਾਗ ਘੋੜੇ ਆਪ ਜੀ ਦੇ ਲਾਇਕ ਹਨ ਔਰ ਜਿਸ ਘੋੜੇ 'ਤੇ ਆਪ ਸਵਾਰ ਹੋ ਕੇ ਸਿੱਖ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰ ਸਕਦੇ ਹੋ, ਸਭ ਸਿੱਖਨ ਆਨੰਦ ਉਪਜੈ ਹੈ। ਫਿਰ ਸਾਰੇ ਸਿੱਖ ਸੰਗਤ ਆਪ ਜੀ ਦੇ ਦਰਸ਼ਨ ਪਰਸ਼ਨ ਕਰਕੇ ਆਨੰਦ ਮਾਣਨਗੇ। ਹਮ ਸੁਣ ਕੇ ਸਭ ਕੇ ਸੰਗ ਕਹੀ। ਅਸਾਂ ਨੇ ਇਹ ਗੱਲ ਸੁਣ ਕੇ ਸਭ ਸੰਗਤਾਂ ਨੇ ਤਾਂ ਹੀ ਇਉਂ ਕਿਹਾ, ਚਾਹੇ ਜੇ ਗੁਰੂ ਕਠਨ ਕੁਛ ਨਹੀਂ। ਜੇ ਗੁਰੂ ਸਾਹਿਬ ਜੀ ਚਾਹੁਣ ਤਾਂ ਉਹਨਾਂ ਵਾਸਤੇ ਕੋਈ ਕੰਮ ਕਠਿਨ ਨਹੀਂ ਹੈ। ਨਿਸਚੇ ਉਚਿਤ ਤੁਮਾਰੇ ਅਹ। ਇਹ ਮਹਾਰਾਜ ਨਿਸ਼ਚੇ ਹੀ ਉਹ ਦੋਨੇ ਘੋੜੇ ਦਿਲਬਾਗ ਤੇ ਗੁਲਬਾਗ ਆਪ ਜੀ ਦੇ ਲਾਇਕ ਹਨ। ਸਿੱਖ ਸੰਗਤ ਸਗਰੀ ਹੀ ਕਹਿ। ਸਾਰੀ ਸਿੱਖ ਸੰਗਤ ਇਹੀ ਗੱਲ ਕਹਿ ਰਹੀ ਹੈ। ਸਿਰ ਗੁਰੂ ਜੀ ਜਬ ਦੇਖੋ ਤਿਨ ਕੋ। ਇਹ ਗੁਰੂ ਮਹਾਰਾਜ ਗੁਰੂ ਗਰੀਬ ਨਿਵਾਜ, ਜੇ ਉਹਨਾਂ ਘੋੜਿਆਂ ਨੂੰ ਆਪ ਦੇਖੋਗੇ ਲਖ ਹੋ ਤਬੈ ਸੁਖ ਹੋਏ ਜਿਮ ਮਨ ਕੋ। ਔਰ ਦਰਸ਼ਨ ਕਰਕੇ ਘੋੜਿਆਂ ਨੂੰ ਦੇਖ ਕਰਕੇ ਆਪ ਜੀ ਦਾ ਮਨ ਪ੍ਰਸੰਨ ਹੋ ਜਾਵੇਗਾ। ਇਤਿਆਦਿਕ ਗੁਣ ਕਹਿ ਸਮੁਦਾਏ। ਕਾਬਲ ਦੀਆਂ ਸਾਰੀਆਂ ਸਿੱਖ ਸੰਗਤਾਂ ਨੇ ਬਹੁਤ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਜੀ ਨੂੰ ਕਿਹਾ ਕਿ ਮਹਾਰਾਜ ਉਹ ਘੋੜੇ ਚੰਚਲ ਬਲੀ ਹਨ, ਬਹੁਤ ਕੀਮਤੀ ਹਨ। ਦਿਲਬਾਗ ਤੇ ਗੁਲਬਾਗ ਘੋੜੇ ਉਹ ਆਪ ਜੀ ਵਾਸਤੇ ਚਾਹੀਦੇ ਹਨ। ਜਿਉਂ ਕਿਉਂ ਕਰ ਸ੍ਰੀ ਗੁਰ ਬਿਰਮਾਏ। ਜਿਵੇਂ ਕਿਵੇਂ ਕਰਕੇ ਅਨੇਕ ਤਰ੍ਹਾਂ ਦੀਆਂ ਗੱਲਾਂ ਕਰਕੇ ਗੁਰੂ ਸਾਹਿਬ ਜੀ ਦਾ ਮਨ ਮੋਹ ਲਿਆ। ਹਿਮ ਪ੍ਰਸੰਗ ਕਰ ਸਰਬ ਸੁਨਾਇਓ। ਇਉਂ ਸਾਰਾ ਪ੍ਰਸੰਗ ਕਹਿ ਕੇ ਦੋਨੇ ਮਸੰਦ ਭਗਤ ਮਲ ਤੇ ਤਾਰਾ ਚੰਦ ਸਿੱਖ ਸੰਗਤਾਂ ਦੇ ਸਹਿਤ ਗੁਰੂ ਸਾਹਿਬ ਜੀ ਨੂੰ ਸੁਣਾਉਂਦੇ ਹਨ। ਸੰਗਤ ਸਿਵਰ ਕੀ ਤਕ ਦਿਨ ਛਾਇਓ। ਕਾਬਲ ਦੀਆਂ ਸੰਗਤਾਂ ਦੇ ਡੇਰੇ ਕਈ ਦਿਨਾਂ ਤੱਕ ਲੱਗੇ ਰਹੇ। ਜਬ ਗੁਰ ਟਿਕ ਬੈਠਤ ਹੈ ਜਾਏ। ਕਾਬਲ ਦੀਆਂ ਸੰਗਤਾਂ ਮਸੰਦਾਂ ਦੇ ਨਾਲ ਗੁਰੂ ਕੀ ਹਜ਼ੂਰੀ ਵਿੱਚ ਜਦੋਂ ਜਾ ਬੈਠਦੇ ਹਨ, ਜੁਗਮ ਤੁਰੰਗ ਪ੍ਰਸੰਗ ਚਲਾਏ। ਦੋਵੇਂ ਘੋੜਿਆਂ ਦਾ ਪ੍ਰਸੰਗ ਚਲਾਉਂਦੇ ਹਨ। ਤਿੰਨ ਸਮਾਨ ਜਗ
ਮਹਿ ਕਿਤ ਨਾਹੀ। हे ਮਹਾਰਾਜ, ਉਹਨਾਂ ਦੋ ਘੋੜਿਆਂ ਦੇ ਸਮਾਨ ਜਗਤ ਵਿੱਚ ਦੂਜਾ ਹੋਰ ਕੋਈ ਘੋੜਾ ਨਹੀਂ ਹੈ। ਫਿਰ ਇਹ ਦੇਸ ਵਿਦੇਸ ਜੇ ਮਾਹੀ। ਜੇ ਦੇਸਾਂ ਵਿਦੇਸਾਂ ਵਿੱਚ ਫਿਰ ਕੇ ਦੇਖਣਾ ਚਾਹੀਏ। ਉਚਿਤ ਆਪ ਕੇ ਸਭ ਹੂੰ ਜਾਣੇ। ਸਾਰਿਆਂ ਨੇ ਜਾਣ ਲਿਆ ਚੰਗੀ ਤਰ੍ਹਾਂ ਕਿ ਉਹ ਦਿਲਬਾਗ ਗੁਲਬਾਗ ਘੋੜੇ ਆਪ ਜੀ ਦੇ ਜੋਗ ਹਨ। ਚਪਲ ਚਲਾਕ ਚਾਰ ਪਹਿਚਾਨੇ। ਬਹੁਤ ਚੰਚਲ ਚਲਾਕ ਤੇ ਬਹੁਤ ਤਕੜੇ ਘੋੜੇ ਹਨ। ਇਮ ਕਹਿ ਕਰ ਗੁਰ ਨਿਕਟ ਸੁਣਾਵੈ। ਇਉਂ ਕਹਿ ਕੇ ਕਾਬਲ ਦੀਆਂ ਸੰਗਤਾਂ ਗੁਰੂ ਕੀ ਹਜ਼ੂਰੀ ਵਿੱਚ ਸੁਣਾਉਂਦੀਆਂ ਹਨ। ਜਹ ਜਥਾਰਤ ਸੁਨਹੁ ਲਸਾਵੈ। ਯਥਾਰਥ ਗੱਲ ਸੁਣ ਕਰਕੇ ਗੁਰੂ ਸਾਹਿਬ ਜੀ ਪ੍ਰਸੰਨ ਹੁੰਦੇ ਹਨ। ਕੇਤਕ ਦਿਨ ਗੁਰ ਨਿਕਟ ਗੁਜਾਰੇ। ਇਤਨੇ ਦਿਨ ਤੱਕ ਕਾਬਲ ਦੀਆਂ ਸੰਗਤਾਂ ਗੁਰੂ ਸਾਹਿਬ ਜੀ ਦੇ ਕੋਲ ਡੇਰੇ ਲਗਾ ਕੇ ਰਹਿੰਦੇ ਰਹੇ ਔਰ ਦਰਸ਼ਨ ਪਰਸਨ ਸਿੱਖ ਸੰਗਤਾਂ ਕਰਦੀਆਂ ਰਹੀਆਂ। ਚਲਨ ਸਦਨ ਕੋ ਉਮਗੇ ਸਾਰੇ। ਫਿਰ ਕਾਬਲ ਦੀਆਂ ਸੰਗਤਾਂ ਵਾਪਸ ਮੁੜਨਾ ਚਾਹਿਆ। ਜਥਾ ਜੋਗ ਸਿਰ ਪਾਉ ਦੀਨ। ਔਰ ਜਦੋਂ ਬੇਨਤੀ ਕੀਤੀ, ਮਹਾਰਾਜ ਹੁਣ ਆਗਿਆ ਦਿਓ, ਅਸੀਂ ਆਪੋ ਆਪਣੇ ਘਰਾਂ ਨੂੰ ਜਾਈਏ। ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਸਾਰਿਆਂ ਨੂੰ ਸਿਰੋਂ ਪਾਉ ਬਖਸ਼ਿਸ਼ ਕੀਤਾ। ਸੰਗਤ ਸਗਲ ਵਿਸਰਜਨ ਕੀਨ। ਸਾਰੀ ਕਾਬਲ ਦੀ ਸੰਗਤ ਨੂੰ ਵਿਦਾ ਕੀਤਾ। ਮਨੋ ਕਾਮਨਾ ਪਾਏ ਪਿਆਨੇ। ਔਰ ਮਨੋ ਕਾਮਨਾ ਮਨ ਬਾਛਤ ਫਲ ਪਾ ਕੇ ਕਾਬਲ ਦੀਆਂ ਸੰਗਤਾਂ ਵਿਦਾ ਹੋਈਆਂ। ਮਾਰਗ ਮਹਿ ਗੁਰ ਸੁਜਸ ਬਖਾਨੇ। ਰਾਹ ਵਿੱਚ ਜਾਂਦਿਆਂ ਗੁਰੂ ਸਾਹਿਬ ਜੀ ਦਾ ਸ੍ਰੇਸ਼ਟ ਜਸ ਕਰਦੇ ਜਾ ਰਹੇ ਹਨ। ਪਾਪੀ ਮੱਝੇ ਗੋਇੰਦਵਾਲ। ਉੱਥੋਂ ਚੱਲ ਕਰਕੇ ਗੋਇੰਦਵਾਲ ਸਾਹਿਬ ਆਏ। ਬਾਉਲੀ ਸਾਹਿਬ ਦੇ ਜਲ ਨਾਲ ਇਸ਼ਨਾਨ ਕੀਤਾ। ਦਰਸ ਖਡੂਰਸ ਪੁੰਨ ਵਿਸਾਲ। ਗੋਇੰਦਵਾਲ ਸਾਹਿਬੋਂ ਫਿਰ ਖਡੂਰ ਸਾਹਿਬ ਜਾ ਕੇ ਦਰਸ਼ਨ ਪਰਸਨ ਕੀਤੇ। ਜਾਏ ਤਰਨ ਤਾਰਨ ਇਸਨਾਨੇ। ਫਿਰ ਤਰਨ ਤਾਰਨ ਸਾਹਿਬ ਸਰੋਵਰ ਵਿਖੇ ਇਸ਼ਨਾਨ ਕੀਤਾ। ਬੋਹਰੇ ਸੁਦਾਸਰ ਮੱਜਨ ਠਾਨੇ। ਫਿਰ ਕਾਬਲ ਦੀਆਂ ਸਾਰੀਆਂ ਸੰਗਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਆਈਆਂ। ਅੰਮ੍ਰਿਤ ਸਰੋਵਰ ਵਿਖੇ ਇਸ਼ਨਾਨ ਕੀਤਾ। ਜਥਾ ਸਕਤ ਅਰਦਾਸ ਕਰਾਏ। ਜਥਾ ਜੋਗ ਸਭ ਨੇ ਮੇਵੜੇ ਅਰਦਾਸੀਏ ਪਾਸੋਂ ਅਰਦਾਸਾਂ ਕਰਾਈਆਂ। ਕਿਤਕ ਦਿਵਸ ਰਹਿ ਕਰ ਹਰ ਖਾਏ। ਇਤਨੇ ਦਿਨ ਅੰਮ੍ਰਿਤਸਰ ਸਾਹਿਬ ਰਹਿ ਕਰਕੇ ਬੜੇ ਪ੍ਰਸੰਨ ਹੁੰਦੇ ਰਹੇ। ਕਾਬਲ ਕੋ ਸੰਗਤ ਪੁਨ ਗਈ। ਕਾਬਲ ਦੀ ਸੰਗਤ ਪੁਨः ਆਪਣੇ ਵਤਨ ਕਾਬਲ ਦੇਸ਼ ਨੂੰ ਚਲੀ ਗਈ। ਮਨੋ ਕਾਮਨਾ ਪੂਰਨ ਭਈ। ਸਭ ਦੀਆਂ ਮਨੋ ਕਾਮਨਾ ਮਨ ਬਾਛਤ ਫਲ ਦੀ ਪ੍ਰਾਪਤੀ ਹੋ ਗਈ। ਮਨੋ ਕਾਮਨਾ ਪੂਰਨ ਕਰਕੇ ਸਭ ਸੰਗਤਾਂ ਖੁਸ਼ੀ ਖੁਸ਼ੀ ਕਾਬਲ ਨੂੰ ਗਈਆਂ। ਦੇਸ ਵਿਦੇਸਨ ਗੁਰ ਕੀ ਕੀਰਤ। ਗੁਰੂ ਸਾਹਿਬ ਜੀ ਦੀ ਕੀਰਤੀ ਦੇਸਾਂ ਵਿਦੇਸਾਂ ਵਿੱਚ ਫੈਲ ਗਈ। ਜਿਮ ਦੇਖੀ ਕੀਨੀ ਵਿਸਤੀਰਤ। ਜਿਵੇਂ ਸਿੱਖ ਸੰਗਤਾਂ ਨੇ ਗੁਰੂ ਸਾਹਿਬ ਜੀ ਦੇ ਪ੍ਰਤੱਖ ਦਰਸ਼ਨ ਪਰਸਨ ਕੀਤੇ ਔਰ ਜਸ ਸੁਣਿਆ और कहबे कब शोभा नहीं देखा ही परवान। दोहरा सुन सतगुर चित चौंप कर है चाहत जिम आए। ਕਾਬਲ ਦੀਆਂ ਸੰਗਤਾਂ ਪਾਸੋਂ ਦੋਨੇ ਘੋੜਿਆਂ ਦੀ ਸਿਫਤ ਸੁਣ ਕੇ ਚਿੱਤ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਚਾਹੁੰਦੇ ਹਨ ਕਿ ਘੋੜੇ ਕਿਵੇਂ ਆਉਣ। ਹਿਰਦੇ ਵਿਚਾਰਤ ਪੇ ਬਹੁਤ ਕਿਸ ਪ੍ਰਕਾਰ ਕੋ ਲਿਆਏ। ਹਿਰਦੇ ਵਿੱਚ ਬਹੁਤ ਤਰ੍ਹਾਂ ਦੇ ਨਾਲ ਵਿਚਾਰਾਂ ਕਰਦੇ ਹਨ ਕਿਸ ਪ੍ਰਕਾਰ ਤੇ ਕੌਣ ਲਿਆਵੇ। ਚੋਪਈ ਧਨ ਖਰਚ ਹੈ ਜੇ ਤੋ ਮਨ ਭਾਵਤ। ਮਨ ਭਾਉਂਦਾ ਜਿੰਨਾ ਮਰਜੀ ਧਨ ਖਰਚ ਲਈਏ। ਬੋਲ ਦੀਏ ਸੋ ਹੱਥ ਨ ਆਵਤ। ਬਹੁਤਾ ਮੁੱਲ ਵੀ ਦਈਏ ਤਾਂ ਵੀ ਉਹ ਘੋੜੇ ਹੱਥ ਨਹੀਂ ਆਉਣੇ। ਸਾਹੋ ਜਹਾਂ ਕੇ ਕਮੀ ਨ ਕਾਈ। क्योंकि शाहजहां बादशाह है और चक्रवर्ती सम्राट है जिसके पास बहुत सारी सेना है। धन की कोई कमी नहीं
ਧਨ ਦੇ ਕੇ ਵੀ ਘੋੜੇ ਨਹੀਂ ਲਿਆਂਦੇ ਜਾ ਸਕਦੇ। ਲੇਹ ਤੁਰੰਗ ਸੁਕਵਨ ਉਪਾਈ, ਔਰ ਦੋਨੇ ਘੋੜੇ ਕਿਵੇਂ ਲਿਆਈਏ, ਕੀ ਉਪਾਅ ਕਰੀਏ। ਅਤ ਪ੍ਰੇ ਸਾਹੋ ਰਖੈ ਤਕਰਾਈ, ਜੋ ਅਤੀ ਪਿਆਰਾ ਜਾਣ ਕਰਕੇ ਬੜੀ ਤਕੜਾਈ ਚੌਕਸੀ ਦੇ ਨਾਲ ਦੋਨੇ ਘੋੜਿਆਂ ਨੂੰ ਰੱਖਦਾ ਹੈ ਸ਼ਾਹਜਹਾਂ। ਲਾਖੋਂ ਭਟ ਨਿਤ ਰਹਿਤ ਸਹਾਈ, ਔਰ ਲੱਖਾਂ ਹੀ ਸੂਰਮੇ ਸਿਪਾਹੀ ਨਾਲ ਰਹਿੰਦੇ ਹਨ ਘੋੜੇ ਦੇ। ਜੇ ਕਰ ਲਰਹਿ ਹਾਥ ਨ ਆਵਤ, ਜੇ ਅਸੀਂ ਜੰਗ ਯੁੱਧ ਕਰੀਏ ਤਾਂ ਵੀ ਘੋੜੇ ਹੱਥ ਨਹੀਂ ਆਉਣੇ। ਮਹਾ ਦੁਰਗ ਮਹਿ ਤਿਨਹਿ ਰਖਾਵਤ, ਬਹੁਤ ਵੱਡੇ ਪੱਕੇ ਮਜ਼ਬੂਤ ਕਿਲੇ ਅੰਦਰ ਘੋੜਿਆਂ ਨੂੰ ਰੱਖਦਾ ਹੈ ਸ਼ਾਹਜਹਾਂ। ਸਭਾ ਵਿਖੇ ਗੁਰ ਬਾਤ ਚਲਾਈ, ਸਭਾ ਵਿਖੇ ਗੁਰਾਂ ਨੇ ਇਹ ਪ੍ਰਸੰਗ ਚਲਾਇਆ। ਹਯ ਨੇ ਪ੍ਰਸ਼ੰਸਾ ਅਧਿਕ ਸੁਨਾਈ, ਔਰ ਘੋੜਿਆਂ ਦੀ ਬੜੀ ਪ੍ਰਸ਼ੰਸਾ ਕਹਿ ਕੇ ਸੁਣਾਈ। ਕਿਮ ਦੇਖਨ ਮੈਂ ਆਏ ਹਮਾਰੇ, ਔਰ ਇਸ ਤਰ੍ਹਾਂ ਦੇਖਣ ਵੀ ਸਾਡੇ ਆਉਂਦਾ ਹੈ। ਸੁਮਤ ਵਾਂਤ ਸਭ ਕਰੋ ਵਿਚਾਰੇ, ਇਹ ਸ੍ਰੇਸ਼ਟ ਬੁੱਧੀਵਾਨ ਜਨੋ ਤੁਸੀਂ ਵਿਚਾਰਾਂ ਕਰੋ ਘੋੜੇ ਕਿਵੇਂ ਆ ਸਕਦੇ ਹਨ, ਕਿਵੇਂ ਮੰਗਾਉਣਾ ਕਰੀਏ। ਚਿਤ ਵਹਿ ਜਤਨ ਅਨੇਕ ਪ੍ਰਕਾਰੀ, ਅਨੇਕ ਪ੍ਰਕਾਰ ਦੇ ਯਤਨ ਸਾਰੇ ਚਿਤਵਨ ਕਰਨ ਲੱਗੇ। ਤਬ ਇੱਕ ਸਿੱਖ ਨੇ ਗਿਰਾ ਉਚਾਰੀ, ਤਦੋਂ ਇੱਕ ਸਿੱਖ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਤੁਮ ਸੁਮਤ ਨਿਧਾਨੇ, हे ਮਹਾਰਾਜ ਗੁਰੂ ਗਰੀਬ ਨਿਵਾਜ, ਆਪ श्रेष्ठ बुद्धिवान हो, आप सुजान हो, चतुर हो, अंतर्जामी हो। अगर आपके कौन बखाने, आप जी दे अगे कौन अपनी चतुराई कह सकता है। असी तां बह खरीद क्या करे चतुराई, यह जियो पिंड सब थारे। हे महाराज आप जी दे अगे कौन अपनी चतुराई दे नाल कोई गल कह सकता है। तऊ देखिए भले विचार, हे महाराज फिर भी चंगी तरह भली प्रकार विचार के देखो। होए ना बिन विधिए निरतार, और उस सिख ने कहा कि भाई विधि चंद तो बिना ये काम नहीं सरना। तुम सहायता पाए सुलियावे, आप जी दी सहायता पाके कृपा सदका ਉਹ ਘੋੜੇ ਲਿਆ ਸਕਦੇ ਹਨ। ਅਪਰ ਉਪਾਏ ਨਹੀਂ ਕਿਮ ਆਵੈ, ਹੋਰ ਕੋਈ ਉਪਾਅ ਕਿਵੇਂ ਵੀ ਬਣ ਨਹੀਂ ਆਉਂਦਾ। ਜਿਸ ਬਿਦ ਕੀ ਬੁੱਧ ਇਸ ਮਹਿ ਹੈ, ਜਿਸ ਪ੍ਰਕਾਰ ਦੀ ਬਲ ਬੁੱਧੀ ਭਾਈ ਵਿਧੀ ਚੰਦ ਦੇ ਵਿੱਚ ਹੈ। ਸਕਲ ਜਗਤ ਨਰ ਦੁਸ ਕਰ ਲਹੈ, ਸਾਰੇ ਜਗਤ ਵਿੱਚ ਇਹ ਕਠਨ ਹੈ ਹੋਰ ਕਿਸੇ ਤੋਂ ਘੋੜੇ ਲਿਆਉਣੇ। एक भाई विधि चंद जी ਹਨ जो बल बुद्धि ਵਿੱਚ ਸਮਰੱਥ ਹਨ ਔਰ ਆਪ ਜੀ ਦੀ ਕਿਰਪਾ ਦੇ ਨਾਲ ਲਿਆ ਸਕਦੇ ਹਨ। ਜਿਮ ਤਿਨ ਹਯਨ ਸਮਾਨ ਨ ਹੋਈ, ਜਿਵੇਂ ਘੋੜਿਆਂ ਦੇ ਸਮਾਨ ਦੂਜਾ ਕੋਈ ਘੋੜਾ ਨਹੀਂ ਹੋ ਸਕਦਾ ਜਗਤ ਵਿੱਚ। ਤਿਮ ਲਿਆਵਨ ਇਸ ਮਹਿ ਨਹਿ ਕੋਈ, ਇਸੇ ਤਰ੍ਹਾਂ ਘੋੜੇ ਲਿਆਉਣ ਵਿੱਚ ਭਾਈ ਵਿਧੀ ਚੰਦ ਦਾ ਕੋਈ ਸਾਨੀ ਨਹੀਂ ਹੈ। ਤੁਮ ਸਮ ਨਹੀਂ ਸਹਾਇਕ ਦੂਆ, ਤੀਜੀ ਗੱਲ ਆਪ ਜੀ ਦੇ ਵਾਂਗ ਸਹਾਇਕ ਕੋਈ ਦੂਜਾ ਨਹੀਂ ਹੈ। ਤਿੰਨ ਗੱਲਾਂ ਹਨ। ਇੱਕ ਤਾਂ ਉਹਨਾਂ ਘੋੜਿਆਂ ਵਰਗਾ ਕੋਈ ਦੂਜਾ ਘੋੜਾ ਨਹੀਂ ਔਰ ਘੋੜੇ ਲਿਆਉਣ ਵਿੱਚ ਸਮਰੱਥ ਜਿਸ ਤਰ੍ਹਾਂ ਭਾਈ ਵਿਧੀ ਚੰਦ ਜੀ ਹਨ ਇਹਨਾਂ ਦਾ ਸਾਨੀ ਕੋਈ ਨਹੀਂ। ਆਪ ਜੀ ਵਰਗਾ ਕੋਈ ਸਹਾਇਕ ਦੂਜਾ ਨਹੀਂ ਹੈ। ਤੀਨੋਂ ਮੇਲ ਏਕ ਸਮ ਹੂਆ, ਤਿੰਨਾਂ ਦਾ ਇੱਕ ਸਮਾਨ ਮੇਲ ਹੋਇਆ ਹੈ। ਜੇ ਕਰ ਲਿਆਵੈ ਹੈ ਬਲ ਭਾਰੀ, ਜਿਹੜਾ ਬਲੀ ਚੰਚਲ ਘੋੜੇ ਨੂੰ ਲਿਆ ਸਕੇ ਉਹ ਭਾਈ ਵਿਧੀ ਚੰਦ ਜੀ ਹਨ। ਅਚਰਜ ਵਿਥਰਹਿ ਜਗਤ ਮਜਾਰੀ, ਸਾਰੇ ਜਗਤ ਵਿੱਚ ਇਹ ਅਚਰਜ ਗੱਲ ਫੈਲ ਜਾਵੇਗੀ ਜਦੋਂ ਘੋੜੇ ਲਿਆਉਣਗੇ। ਸੁਨ ਗੁਰ ਵਿਦਿਏ ਔਰ ਨਿਹਾਰਾ, ਉਹ ਸਿੱਖ ਪਾਸੋਂ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਭਾਈ ਵਿਧੀ ਚੰਦ ਵੱਲ ਦੇਖਿਆ। ਹੈ ਗੁਣ ਸੁਨ ਮਨ ਹਰਿਓ ਹਮਾਰਾ, ਭਾਈ ਵਿਧੀ ਚੰਦ ਜੀ ਨੂੰ ਕਹਿਣ ਲੱਗੇ ਘੋੜੇ ਦੇ ਗੁਣ ਸੁਭਾਵ ਸੁਣ ਕਰਕੇ ਮੇਰਾ ਮਨ ਮੋਹਿਆ ਗਿਆ ਹੈ। ਜਿਉ ਕਿਉ ਕਰਹੁ ਦਿਖਾਵਨ ਸੋਈ, हे ਭਾਈ ਵਿਧੀ ਚੰਦ ਜੀ ਜਿਵੇਂ ਕਿਵੇਂ ਕਰਕੇ ਘੋੜੇ ਲਿਆ ਕੇ ਸਾਨੂੰ ਦਿਖਾਉਣਾ ਕਰੋ। ਤੁਬ ਸਮਾਨ ਦੂਸਰ ਨਹਿ ਕੋਈ, हे ਭਾਈ ਵਿਧੀ ਚੰਦ ਜੀ ਤੁਹਾਡੇ ਸਮਾਨ ਹੋਰ ਕੋਈ ਦੂਜਾ ਨਹੀਂ ਹੈ। ਇਹੋ ਕਾਰਜ ਤੁਝ ਤੇ ਬਨ ਆਵੈ, ਇਹ ਕੰਮ ਤੁਹਾਥੋਂ ਹੀ ਬਣ ਆਵੇਗਾ।
ਤੁਹਾਥੋਂ ਹੀ ਇਹ ਕੰਮ ਬਣ ਸਕਦਾ ਹੈ। ਵਿਧੀ ਚੰਦ ਕਰ ਜੋਰ ਅਲਾਵੈ। ਭਾਈ ਵਿਧੀ ਚੰਦ ਜੀ ਦੋਨੇ ਹੱਥ ਜੋੜ ਕਰਕੇ ਇਉਂ ਬੇਨਤੀ ਕਰਨ ਲੱਗੇ, ਕਾਰਜ ਕਠਨ ਜਥਾ ਤੁਮ ਜਾਨੋ। ਹੇ ਮਹਾਰਾਜ, ਕਾਰਜ ਤਾਂ ਬੜਾ ਕਠਨ ਹੈ, ਬਹੁਤ ਔਖਾ ਕੰਮ ਹੈ। ਆਪ ਚੰਗੀ ਤਰ੍ਹਾਂ ਭਲੀ ਪ੍ਰਕਾਰ ਜਾਣਦੇ ਹੋ। ਸਿੱਧ ਹੋਏ ਰਾਵਰ ਤੇ ਸਭ ਮਾਨੋ। ਔਰ ਸਾਰੀ ਗੱਲ ਮੈਂ ਆਪ ਜੀ ਦੁਆਰੇ ਸਿੱਧ ਹੋ ਸਕਦਾ ਇਹ ਮੰਨਦਾ ਹਾਂ। ਮੈਂ ਤੋ ਬਨੋ ਏਕ ਬਹਾਨਾ। ਮੈਂ ਤਾਂ ਇੱਕ ਬਹਾਨਾ ਬਣ ਕੇ ਜਾਵਾਂਗਾ, ਕੰਮ ਤਾਂ ਤੁਸਾਂ ਨੇ ਆਪ ਕਰਨਾ ਹੈ, ਮੈਂ ਬਹਾਨਾ ਬਣ ਕੇ ਜਾਵਾਂਗਾ। ਸੋ ਸਾਧ ਸੰਗਤ ਜੀ, ਇਸੇ ਤਰ੍ਹਾਂ ਮਿਲਦਾ ਜੁਲਦਾ ਪ੍ਰਸੰਗ ਆਉਂਦਾ ਤੀਜੇ ਪਾਤਸ਼ਾਹ ਜੀ ਦੇ ਸਮੇਂ, ਜਦੋਂ ਬਾਉਲੀ ਸਾਹਿਬ ਦੀ ਰਚਨਾ ਕਰਵਾ ਰਹੇ ਸਨ। ਬਾਉਲੀ ਸਾਹਿਬ ਦਾ ਕੜ ਨਹੀਂ ਸੀ ਟੁੱਟ ਰਿਹਾ ਤੇ ਸਾਰੇ ਸਿੱਖ ਥੱਕ ਗਏ ਕੜ ਤੋੜ ਤੋੜ ਕੇ। ਇੱਕ ਮਾਣਕ ਚੰਦ ਨਾਮੇ ਸਿੱਖ ਆਇਆ ਤੇ ਗੁਰੂ ਸਾਹਿਬ ਜੀ ਨੇ ਕਿਹਾ, ਭਾਈ ਮਾਣਕ ਚੰਦ ਨੇ ਬੇਨਤੀ ਕੀਤੀ, ਮਹਾਰਾਜ ਮੈਨੂੰ ਆਗਿਆ ਦਿਓ, ਮੈਂ ਸੇਵਾ ਨਿਭਾਉਂਦਾ। ਥਾਪੜਾ ਦਿੱਤਾ, ਕਿਹਾ ਜਾ ਤੂੰ ਜਾ ਕੇ ਕੜ ਤੋੜਨ ਦੀ ਸੇਵਾ ਕਰ। ਮਹਾਰਾਜ ਕੰਮ ਤਾਂ ਆਪ ਜੀ ਨੇ ਕਰਨਾ ਹੈ, ਮੈਂ ਤਾਂ ਬਹਾਨਾ ਬਣ ਕੇ ਜਾਵਾਂਗਾ। ਆਪ ਜੀ ਨੇ ਹੀ ਕੜ ਤੋੜਨਾ ਹੈ, ਮੈਂ ਤਾਂ ਹਥੌੜੇ ਦਾ ਪ੍ਰਹਾਰ ਕਰਾਂਗਾ। ਕਾਰਜ ਆਪ ਜੀ ਨੇ ਪੂਰਾ ਕਰਨਾ ਹੈ। ਸੋ ਅਸ਼ੀਰਵਾਦ ਲੈ ਕੇ, ਹਥੌੜਾ ਲੈ ਕੇ, ਗੁਰੂ ਚਰਨਾਂ ਦਾ ਧਿਆਨ ਧਾਰ ਕੇ ਜਦੋਂ ਹਥੌੜੇ ਦਾ ਪ੍ਰਹਾਰ ਕੀਤਾ, ਬਾਉਲੀ ਸਾਹਿਬ ਦਾ ਕੜ ਟੁੱਟ ਗਿਆ। ਪਾਣੀ ਦਾ ਇੰਨਾ ਸੋਮਾ ਫੁੱਟਿਆ ਕਿ ਜਲ ਮਗਨ ਹੋ ਗਿਆ ਔਰ ਬਾਹਰ ਨਿਕਲ ਨਾ ਸਕਿਆ ਮਾਣਕ ਚੰਦ। ਤੇ ਮਾਣਕ ਚੰਦ ਦੀ ਮਾਂ ਆਪਣੇ ਪੁੱਤਰ ਨੂੰ ਉਡੀਕ ਕੇ ਹੁਣ ਹਨੇਰਾ ਹੋ ਗਿਆ, ਮੇਰਾ ਪੁੱਤਰ ਮਾਣਕ ਚੰਦ ਆਇਆ ਨਹੀਂ। ਉਹ ਗੋਇੰਦਵਾਲ ਸਾਹਿਬ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਆਈ, ਬੇਨਤੀ ਕੀਤੀ, ਮਹਾਰਾਜ ਮੇਰਾ ਪੁੱਤਰ ਆਇਆ ਸੀ ਆਪ ਜੀ ਦੀ ਸੇਵਾ ਵਿੱਚ, ਪਰਤ ਕੇ ਘਰ ਨਹੀਂ ਗਿਆ, ਮੇਰਾ ਇੱਕੋ ਇੱਕ ਪੁੱਤਰ ਹੈ। ਗੁਰੂ ਸਾਹਿਬ ਜੀ ਨੇ ਕਿਹਾ, ਸਿੱਖਾਂ ਨੂੰ ਪੁੱਛਿਆ, ਅੰਤਰਜਾਮੀ ਸਤਿਗੁਰੂ ਜੀ ਨੇ ਆਪ ਭੇਜਿਆ ਮਾਣਕ ਚੰਦ ਨੂੰ ਕੜ ਤੋੜਨ ਦੀ ਸੇਵਾ ਕਰਨ ਲਈ। ਪਰ ਸਿੱਖਾਂ ਕੋਲੋਂ ਪੁੱਛਦੇ ਨੇ, ਭਾਈ ਉਹ ਕੋਈ ਸਿੱਖ ਆਇਆ ਸੀ, ਮਾਈ ਨੂੰ ਪੁੱਛਿਆ ਤੇਰੇ ਪੁੱਤਰ ਦਾ ਨਾਮ ਕੀ ਹੈ? ਮਾਣਕ ਚੰਦ। ਤੇ ਕਿਹਾ ਮਾਣਕ ਤਾਂ ਪੱਥਰ ਹੁੰਦਾ ਹੈ, ਪੱਥਰ ਕਦੇ ਪਾਣੀ 'ਚ ਡੁੱਬ ਨਹੀਂ ਸਕਦਾ। ਸਿੱਖਾਂ ਨੇ ਜਦੋਂ ਬੇਨਤੀ ਕੀਤੀ, ਮਹਾਰਾਜ ਜਦੋਂ ਕੜ ਟੁੱਟਿਆ ਪਾਣੀ ਇੰਨਾ ਨਿਕਲਿਆ ਕਿ ਉਹ ਨਿਕਲ ਨਾ ਸਕਿਆ ਬਾਹਰ, ਉਹ ਵਿੱਚੇ ਰਹਿ ਗਿਆ। ਉਹ ਮਾਈ ਰੋਣ ਲੱਗ ਪਈ, ਮੇਰਾ ਪੁੱਤਰ ਡੁੱਬ ਗਿਆ, ਹੁਣ ਇੱਕੋ ਇੱਕ ਮੇਰਾ ਬੁਢੇਪੇ ਦਾ ਸਹਾਰਾ ਸੀ। ਮਾਈ ਤੂੰ ਚਿੰਤਾ ਨਾ ਕਰ, ਪੱਥਰ ਕਦੇ ਡੁੱਬਦਾ ਨਹੀਂ ਪਾਣੀ 'ਚ। ਮਾਣਕ ਵੀ ਪੱਥਰ ਹੀ ਹੁੰਦਾ ਹੈ, ਪਰ ਮਾਣਕ ਕੀਮਤੀ ਪੱਥਰ ਹੁੰਦਾ ਹੈ। ਗੁਰੂ ਸਾਹਿਬ ਜੀ ਆਏ ਬਾਉਲੀ ਸਾਹਿਬ ਦੇ ਕੋਲ, ਆਵਾਜ਼ ਮਾਰੀ, ਮਾਣਕ ਚੰਦ ਬਾਹਰ ਨਿਕਲਿਆ। ਮਾਣਕ ਚੰਦ ਬਾਹਰ ਨਿਕਲ ਆਇਆ, ਗੁਰੂ ਚਰਨਾਂ 'ਤੇ ਮੱਥਾ ਟੇਕਿਆ। ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਪ੍ਰਸੰਨ ਹੋ ਕੇ ਉਸ ਨੂੰ ਮੰਜੀ ਬਖਸ਼ਿਸ਼ ਕੀਤੀ, ਸਿੱਖੀ ਪ੍ਰਚਾਰ ਦੀ ਮੰਜੀ ਬਖਸ਼ਿਸ਼ ਕੀਤੀ। ਸੋ ਇਸ ਤਰ੍ਹਾਂ 22 ਮੰਜੀਆਂ 52 ਪੀੜੇ ਬਖਸ਼ਿਸ਼ ਕੀਤੇ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ। ਸੋ ਇਸ ਤਰ੍ਹਾਂ ਭਾਈ ਵਿਧੀ ਚੰਦ ਜੀ ਕਹਿ ਰਹੇ ਹਨ, ਮਹਾਰਾਜ ਕੰਮ ਤਾਂ ਤੁਸਾਂ ਨੇ ਆਪ ਸਵਾਰਨਾ ਹੈ, ਮੈਂ ਤਾਂ ਬਹਾਨਾ ਮਾਤਰ ਬਣ ਕੇ ਜਾਵਾਂਗਾ। ਕਰਹੁ ਕਾਜੀ ਤੁਮ ਆਪ ਸੁਜਾਨਾ। ਹੇ ਸੁਜਾਨ ਚਤੁਰ ਸਤਿਗੁਰੂ ਜੀ, ਸਾਰਾ ਕੰਮ ਆਪ ਜੀ ਨੇ ਕਰਨਾ ਹੈ। ਸੁਨ ਪ੍ਰਸੰਨ ਸ੍ਰੀ ਸਤਿਗੁਰ ਹੋਏ। ਭਾਈ ਵਿਧੀ ਚੰਦ ਪਾਸੋਂ ਸੁਣ ਕੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬੜੇ ਪ੍ਰਸੰਨ ਹੋਏ। ਵਿਦਿਆ ਤੁਬ ਮਾਨਿੰਦ ਨ ਕੋਏ। हे ਭਾਈ ਵਿਧੀ ਚੰਦ, ਤੇਰੇ ਸਮਾਨ ਕੋਈ ਦੂਜਾ ਨਹੀਂ ਹੈ। ਰਾਮ ਚੰਦ ਜਿਮ ਲੰਕ ਪਠਾਵਨ। ਜਿਵੇਂ ਤ੍ਰੇਤੇ ਯੁੱਗ ਵਿੱਚ ਰਾਮਚੰਦਰ ਜੀ ਨੇ ਹਨੂਮਾਨ ਨੂੰ ਭੇਜਿਆ ਸੀ ਸੀਤਾ ਜੀ ਦਾ ਪਤਾ ਲਿਆਉਣ ਵਾਸਤੇ, ਲੰਕਾ ਭੇਜਿਆ ਸੀ। ਸਭ ਕਪ ਮਹਿ ਖੋਜਿਓ ਮਨ ਪਾਵਨ। ਸਾਰੇ ਬਾਂਦਰਾਂ ਚੋਂ ਲੱਭ ਲਿਆ, श्री रामचंद्र जी ने हनुमान नू लभ्या। हनुमान बड़ सुमत प्रवीणा। और हनुमान श्रेष्ठ बुद्धि वाला प्रवीण है, बड़ा राम दा उपासक होया है, जिसने हृदय विच रामचंद्र जी दा नाम बसाया होया, राम नाम बसाया होया सी, स्वरूप बसाया होया सी, जिसने छाती पाड़ के दिखा दिता सी। सो बड़ा अनन्य भगत होया हनुमान श्री रामचंद्र जी दा। जाए तहाँ सब कारज कीना। हनुमान
जो सारे बानरां चों मुखी होया है और उसने जाके श्री रामचंद्र जी का कारज पूरा किया। तस कर सम सब लोक निहारी। और सारे चोर वांग जा करके सारे लोगों नू राक्षसां नू दैतां नू देखिया लंका विखे। एक सीता हत हर राखस पारी। सारे राक्षसां नू मार के अशोक वाटिका उजाड़ के सारे पेड़ पौधे उजाड़ दिते। सीता जी नू देख लिया, एक दरख्त ते चढ़ के देखिया अशोक वाटिका विच हन। पता लगा लिया हनुमान ने, आग लगाए सिंध उलगावा। और हनुमान समुंदर लंघ के लंका पहुंच गए और पूंछ विच अग लगा करके सारी लंका साड़ दिती सी। रावण ने एक आम बानर समझिया सी, पर वो आम बानर नहीं सी, सारी लंका साड़ दिती पूंछ दे नाल। ऐसा हनुमान सी जो बड़ा बली पराक्रमी सी। तिम ही अब कारज बन आवा। उस हनुमान दे समान हुण तुहाडा जाना बनता है, तो कारज बन सकता है। अब लो जस जग मह हनुमाना। हुण तक हनुमान दा जस सारे जगत विच फैलिया होया है। काज कठन तिम बन है समाना। और ये घोड़े लियाउण दा काम हनुमान दे समान बनता है। जिमें हनुमान सीता जी का पता लिया। हनुमान नाटक में जिक्र आउंदा है, जदों हनुमान नू भेजिया सीता जी नू देख लिया, पता लेके आए, तो श्री रामचंद्र जी ने जो हनुमान नू पूछा, हनुमान ने जो जवाब दिता बहुत सुंदर सवैया लिखा है। रामचंद्र जी कहते हैं, आओ हनु रघुबीर कहो, कुछ सुध है सीता की छित माही। धरती ते कुछ अता पता है सीता जी का। ते हनुमान ने कहा, जीवित है प्रभ, वो जीवित है, सो क्यों ना मरी हम ते बिछराही। तू कहना जीवित है, अशोक वाटिका विच वैसा सो रावण बाग के शाही। अशोक वाटिका विच वो बैठे हैं और जिउंदे हैं। कहते जीवित है, सो क्यों ना मरी हम ते बिछड़ाही। साथों बिछड़ के वो मर क्यों ना गई। कहते जीवित है कहबे ही को नाथ। हे नाथ स्वामी, वो तो कहण मात्र जीवित हैं, वो तो कदों दे मर चुके हैं। जीवित है कहबे ही को नाथ, प्राण बसै पद पंकज में जम आवत है पर पावत नाही। क्योंकि सीता जी दे प्राण थोड़े चरणों में बसे हुए हैं, जम आउंदे हैं पर पावत नाही। शरीर में प्राण ना देख के वापस मुड़ जाते हैं। बड़े प्रसन्न हुए, हनुमान नू शाबाशी दिती। सो हे भाई विधि चंद जी, तुसी हनुमान दे समान जाके ये साडा काम करो। अपने प्रशंसा सुनी विशाला। जदों भाई विधि चंद जी ने अपनी प्रशंसा अपनी तारीफ बहुत सुनी, विधि चांद बोले हो तिस काला। भाई विधि चंद जी उस समय हाथ जोड़ के बेनती करन लगे, सिर गुर तुम सहाय जे पाऊं। हे गुरु महाराज, जे आप जी की सहायता पावा, कहाँ सहो असरब के लियाऊं। शाहजहां पासों घोड़े लियाउण दी की गल है, मैं तो सूरज का घोड़ा भी लिया सकता हाँ। सुने वरुण टिग सुंदर कोरे। और सुनिया कि वरुण देवते दे पास भी सुंदर घोड़े हैं। तहते लियाए सको तुम जोरे। आप जी दे बल पराक्रम दा सदका मैं उहदे पासों भी जाके घोड़े लिया सकता हाँ। रावर की सहायता पाए। आप जी की सहायता पाके कृपा पाके को असिकाज जे ना बन जाए। केड़ा ऐसा काम है जो ना बन सके। आप जी की कृपा होवे ते कोई काम कठिन नहीं है, वो शीघ्र ही बन जाएगा। सुन विदिए ते भये प्रसन्न। सुन के सतगुरु हरगोबिंद साहब महाराज भाई विधि चंद जी पासों सुन के बड़े प्रसन्न हुए। हनुमत सम तुमको नह अन्न। और हनुमान दे समान थोड़े वर्गा होर कोई दूजा जगत विच नहीं है। कली काल को जैसे समय। कलयुग दा जेहो जिहा समा है, तैसो करण बनत है
ਤੁਮੈ। ਔਰ ਸਮੇਂ ਅਨੁਸਾਰ ਉਹ ਜਿਹਾ ਕੰਮ ਕਰਨਾ ਤੁਹਾਨੂੰ ਬਣਦਾ ਹੈ। ਸੋ ਤੁਰੰਗ ਕੋ ਲੈ ਕਰ ਆਵੋ। ਉਹ ਘੋੜੇ ਗੁਲਬਾਗ ਦਿਲਬਾਗ ਲੈ ਕੇ ਆਵੋ। ਅਚਲ ਸੁਜਸ ਜਗ ਸੁਭਗਤ ਪਾਵੋ। ਅਚਲ ਸ੍ਰੇਠ ਜਾ ਸ਼ੁਭ ਗਤੀ ਪਾਉਣਾ ਕਰੋ। ਪੀਛੇ ਗ੍ਰੰਥਨ ਮੈਂ ਤੁਬ ਗਾਥਾ। ਤੇ ਪਿੱਛੇ ਗ੍ਰੰਥਾਂ ਵਿੱਚ ਤੁਹਾਡੀ ਗਾਥਾ, ਤੁਹਾਡਾ ਜਸ, ਤੁਹਾਡੀ ਮਹਿਮਾ ਗਾਈ ਜਾਵੇਗੀ। ਪੜ੍ਹੈ ਸੁਨੈ ਹੋਏ ਅਚਰਜ ਸਾਥਾ। ਗ੍ਰੰਥਾਂ ਵਿੱਚ ਜ਼ਿਕਰ ਹੋਵੇਗਾ ਔਰ ਪੜ੍ਹਨਗੇ ਸੁਣਨਗੇ, ਸਭ ਤੁਹਾਡੇ ਬਲ ਪਰਾਕਰਮ ਦੀ ਤਾਰੀਫ ਕਰਨਗੇ। ਪੁਨੇ ਆਤਮ ਤੇ ਰੋਜ ਅਸੀਂ ਕਰੈ। ਔਰ ਕਵੀ ਜੀ ਕਹਿ ਰਹੇ ਹਨ ਕਿ ਪੁੰਨ ਆਤਮਾ ਜਿਹੜੇ ਹਨ, ਪੁੰਨੀ ਲੋਕ ਤੁਹਾਡਾ ਜਸ ਕਰਨਗੇ। ਇਹੋ ਕਾਰਜ ਤੁਮ ਬਿਨ ਨਹਿ ਸਰੈ। ਗੁਰੂ ਸਾਹਿਬ ਜੀ ਕਹਿ ਰਹੇ ਨੇ, ਹੇ ਭਾਈ ਬਿਧੀ ਚੰਦ ਜੀ, ਤੁਹਾਥੋਂ ਬਿਨਾ ਆ ਕੰਮ ਨਹੀਂ ਸਰਨਾ। ਬਹੁ ਅਬਲਖ ਗੁਰ ਕੀ ਜਾਨ। ਗੁਰੂ ਸਾਹਿਬ ਜੀ ਦੀ ਬਹੁਤ ਪ੍ਰਬਲ ਇੱਛਾ ਜਾਣ ਕੇ ਵਿਧੀ ਚੰਦ ਹਵੈ ਕਹਿ ਸਵਧਾਨ। ਭਾਈ ਬਿਧੀ ਚੰਦ ਜੀ ਸਾਵਧਾਨ ਹੋਏ। ਪ੍ਰਾਪਤ ਹੋਤ ਅਧਿਕ ਬੜਿਆਈ। ਔਰ ਮਨ ਵਿੱਚ ਜਾਣਿਆ ਕਿ ਹੁਣ ਵਡਿਆਈ ਪ੍ਰਾਪਤ ਹੋ ਰਹੀ ਹੈ ਗੁਰੂ ਸਾਹਿਬ ਜੀ ਪਾਸੋਂ। ਭਇਓ ਤਿਆਰ ਨਹਿ ਬਿਲਮ ਲਗਾਈ। ਬਿਨਾਂ ਦੇਰੀ ਤੋਂ ਛੇਤੀ ਤਿਆਰ ਹੋ ਗਏ ਲਾਹੌਰ ਜਾਣ ਵਾਸਤੇ, ਘੋੜੇ ਲਿਆਉਣ ਵਾਸਤੇ ਛੇਤੀ ਤਿਆਰ ਹੋ ਗਏ। ਸਨਮੁਖ ਖਰੋ ਹੋਏ ਮਤ ਧਾਮੂ। ਔਰ ਸ੍ਰੇਠ ਬੁੱਧੀ ਦੇ ਘਰ ਭਾਈ ਬਿਧੀ ਚੰਦ ਜੀ ਹੱਥ ਜੋੜ ਕੇ ਸਨਮੁਖ ਖਲੋ ਗਏ। ਸਰਬ ਗੁਰਨ ਕੇ ਲੈ ਕਰ ਨਾਮੂ। ਆਦਿ ਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੋਂ ਲੈ ਕੇ 6ਵੇਂ ਪਾਤਸ਼ਾਹ ਤੱਕ ਜੀ ਦਾ ਨਾਮ ਲੈ ਕਰਕੇ ਹੱਥ ਜੋੜ ਕੀਨੀ ਅਰਦਾਸ। ਹੱਥ ਜੋੜ ਕੇ ਭਾਈ ਬਿਧੀ ਚੰਦ ਜੀ ਨੇ ਅਰਦਾਸ ਕੀਤੀ ਗੁਰੂ ਕੀ ਹਜ਼ੂਰੀ ਵਿੱਚ। ਅੰਗ ਸੰਗ ਨਿਤ ਕਿਰਪਾ ਆਵਾਸ। ਹੇ ਕਿਰਪਾ ਦੇ ਘਰ ਗੁਰੂ ਸਾਹਿਬ ਜੀ, ਸਾਡੇ ਅੰਗ ਸੰਗ ਹੋ ਕੇ ਸਹਾਇਤਾ ਕਰਨੀ। ਬਾਟ ਘਾਟ ਮੈਂ ਬਨਹੁ ਸਹਾਈ। ਬਾਦ ਘਾਟ ਵਿੱਚ ਆਪ ਸਹਾਈ ਹੋਣਾ। ਗੁਰ ਆਗੇ ਤਬ ਗਰੀਬ ਨਿਵਾਈ। ਅਰਦਾਸ ਬੇਨਤੀ ਕਰਕੇ ਭਾਈ ਬਿਧੀ ਚੰਦ ਜੀ ਨੇ ਗੁਰੂ ਮਹਾਰਾਜ ਦੇ ਚਰਨਾਂ 'ਚ ਸੀਸ ਨਿਵਾਇਆ। ਚਰਨ ਕਮਲ ਪ੍ਰੇ ਪਰਸਨ ਕਰੇ। ਸਤਿਗੁਰਾਂ ਦੇ ਚਰਨਾਂ ਕਮਲਾਂ ਨੂੰ ਪਰਸਨਾ ਕੀਤਾ। ਸਭ ਤੇ ਖੁਸ਼ੀ ਲੀਨ ਬਲ ਧਰੇ। ਔਰ ਸਭ ਸਿੱਖ ਸੰਗਤਾਂ ਦੀ ਖੁਸ਼ੀ ਪ੍ਰਾਪਤ ਕੀਤੀ। ਔਰ ਮਹਿ ਗੁਰ ਬਸਾਏ ਕਰ ਚਾਲਾ। ਭਾਈ ਬਿਧੀ ਚੰਦ ਜੀ ਹਿਰਦੇ ਵਿੱਚ ਗੁਰਾਂ ਦਾ ਸਰੂਪ ਬਸਾ ਕਰਕੇ ਚੱਲ ਪਏ। ਲਵਪੁਰ ਕੋ ਸਨਮੁਖ ਤਿਸ ਕਾਲਾ। ਉਸ ਸਮੇਂ ਲਾਹੌਰ ਸ਼ਹਿਰ ਦੇ ਦਿਸ਼ਾ ਵੱਲ ਮੂੰਹ ਕਰਕੇ ਚੱਲ ਪਏ। ਹਿਰਦੇ ਵਿਚਾਰਤ ਹਰਖਤ ਜਾਤੋ। ਹਿਰਦੇ ਵਿੱਚ ਵਿਚਾਰਦੇ ਹੋਏ ਪ੍ਰਸੰਨ ਹੁੰਦੇ ਜਾਂਦੇ ਹਨ। ਸਭ ਤੇ ਅਧਿਕ ਮੋਹੇ ਗੁਰ ਜਾਤੋ। ਔਰ ਸਾਰਿਆਂ ਤੋਂ ਅਧਿਕ ਵਿਸ਼ੇਸ਼ ਸਾਨੂੰ ਜਾਣਿਆ ਕਿ ਇਹੀ ਕੰਮ ਕਰ ਸਕਦਾ ਹੈ। ਸਾਨੂੰ ਵਿਸ਼ੇਸ਼ ਸਨਮਾਨ ਦਿੱਤਾ ਸਿੱਖ ਸੰਗਤਾਂ ਵਿੱਚ। ਕਰਿਓ ਪ੍ਰਚਾਰਨ ਸਭਾ ਸਮਾਜ। ਸਾਰੀ ਸਭਾ ਸਮਾਜ ਦੇ ਵਿੱਚ ਬਹੁਤ ਹੀ ਵਡਿਆਉਣਾ ਕੀਤਾ ਗੁਰੂ ਸਾਹਿਬ ਜੀ ਨੇ। ਕਿਉਂ ਨਾ ਕਰੋ ਮੈਂ ਦੁਸਤਰ ਕਾਜ। ਗੁਰੂ ਕਿਰਪਾ ਸਦਕਾ ਮੈਂ ਕਠਨ ਕੰਮ ਕਿਉਂ ਨਾ ਕਰਾਂ। 3 ਦਿਵਸ ਮਹਿ ਪਹੁੰਚਿਓ ਜਾਈ। 3 ਦਿਨਾਂ ਵਿੱਚ ਭਾਈ ਬਿਧੀ ਚੰਦ ਜੀ ਲਾਹੌਰ ਪੁੱਜ ਗਏ। ਪੁਰ ਦਰ ਢਿਗ ਅਰਦਾਸ ਅਲਾਈ। ਔਰ ਗੁਰੂ ਚਰਨਾਂ ਦਾ ਧਿਆਨ ਧਾਰ ਕੇ ਅਰਦਾਸ ਬੇਨਤੀ ਕੀਤੀ। ਸਰਬ ਗੁਰਨ ਕੋ ਬੰਦਨ ਕਰੀ। ਸਾਰੇ ਗੁਰੂ ਸਾਹਿਬਾਨਾਂ ਨੂੰ ਮੱਥਾ ਟੇਕਿਆ, ਮਨ ਕਰਕੇ ਨਮਸਕਾਰ ਕੀਤੀ। ਤਤ ਛਿਨ ਕਿਓ ਪਰਵੇਸ਼ਨ ਪੁਰੀ। ਔਰ ਲਾਹੌਰ ਸ਼ਹਿਰ ਦੀ ਹੱਦ ਵਿੱਚ ਪਹੁੰਚ ਕਰਕੇ ਪਹਿਲਾਂ ਅਰਦਾਸ ਬੇਨਤੀ ਕੀਤੀ, ਫਿਰ ਸ਼ਹਿਰ ਦੇ ਅੰਦਰ ਪ੍ਰਵੇਸ਼ ਹੋਏ। ਕਰਤ ਵਿਚਾਰਕ ਅਨਕ ਉਪਾਈ। ਮਨ ਵਿੱਚ ਅਨੇਕ ਤਰ੍ਹਾਂ ਦੇ ਉਪਾਅ ਯਤਨ ਸੋਚਦੇ ਜਾ ਰਹੇ ਹਨ। ਕਿਮ ਤੁਰੰਗ ਟਿਕ ਪਹੁੰਚੋ ਜਾਈ। ਉਸ ਦਿਲਬਾਗ ਗੁਲਬਾਗ ਘੋੜੇ ਦੇ ਪਾਸ ਮੈਂ ਕਿਵੇਂ ਕਿਹੜੇ ਯਤਨ ਕਰਕੇ ਪਹੁੰਚਾਂ। ਦਿਓ ਜਾਏ ਨਹਿ ਸੰਨ ਕਦਾਈ। ਔਰ ਕਿਲਾ ਇੰਨਾ ਮਜ਼ਬੂਤ ਹੈ ਕਿ ਸੰਨ ਵੀ ਨਹੀਂ ਲਾ ਸਕਦਾ। ਗਾਡੀ ਕੰਧ ਰਹਿਤ ਚੁਕਸਾਈ। ਔਰ ਕਿਲੇ ਦੀ ਕੰਧ ਬਹੁਤ ਤਕੜੀ ਹੈ,
ਬਹੁਤ ਮਜ਼ਬੂਤ ਹੈ ਤੇ ਚੌਕਸੀ ਬੜੀ ਰਹਿੰਦੀ ਹੈ। ਬਹੁਤ ਸਾਰੇ ਸਿਪਾਹੀ ਪਹਿਰਾ ਦਿੰਦੇ ਹਨ। ਨਹ ਓਪਰੁ ਪਰਵੇਸਨ ਪਾਵੈ। ਜਿਸ ਕਿਲੇ ਰਾਹੀਂ ਕੋਈ ਓਪਰਾ ਬੰਦਾ ਪ੍ਰਵੇਸ਼ ਨਹੀਂ ਕਰ ਸਕਦਾ। ਹੋਰ ਅਨਕ ਪਰ ਨਰ ਰਹਿ ਚਿਤਵਤਾਵੈ। ਦਰਵਾਜ਼ੇ ਤੇ ਅਨੇਕਾਂ ਹੀ ਸਿਪਾਹੀ ਸ਼ਸਤਰਧਾਰੀ ਖੜੇ ਰਹਿੰਦੇ ਹਨ। ਨਿਕਟ ਦਰੋਗੇ ਬਨ ਕਰ ਦਾਸ। ਜੇ ਦਾਸ ਬਣ ਕਰਕੇ ਕਿਲੇ ਦੇ ਦਰੋਗੇ ਦੇ ਪਾਸ ਪਹੁੰਚ ਜਾਵਾਂ। ਜੇ ਕਰ ਰਹੋ ਜਾਓ ਹੋ ਪਾਸ। ਜੇਕਰ ਮੈਂ ਦਰੋਗੇ ਦੇ ਪਾਸ ਜਾ ਕੇ ਰਹਿਣਾ ਕਰਾਂ। ਸੋ ਨਹਿ ਰਾਖੈ ਬਿਨਾ ਚਿਨਾਰੀ। ਪਰ ਉਹ ਦਰੋਗਾ ਵੀ ਬਿਨਾਂ ਜਾਣ ਪਛਾਣ ਤੋਂ ਰੱਖ ਨਹੀਂ ਸਕਦਾ ਆਪਦੇ ਕੋਲ। ਬਿਨਾ ਰਹੇ ਹੋਏ ਕਾਜ ਨ ਪਾਰੀ। ਕਿਲੇ ਦੇ ਅੰਦਰ ਰਿਹਾ ਗੁਰੂ ਸਾਹਿਬ ਜੀ ਦਾ ਕੰਮ ਨਹੀਂ ਬਣ ਸਕਦਾ। ਜਾਂ ਤੇ ਯਤਨ ਰਹਿਣ ਹਿਤ ਕਰੋ। ਜਾਂ ਤੇ ਕਿਲੇ ਦੇ ਅੰਦਰ ਰਹਿਣ ਦਾ ਮੈਂ ਪ੍ਰਬੰਧ ਕਰਾਂ। ਜਿਸ ਤੇ ਆਪਣੀ ਮਨਸਾ ਪੂਰੋ। ਜਿਸ ਕਰਕੇ ਮੈਂ ਆਪਣੀ ਮਨੋਕਾਮਨਾਵਾਂ ਪੂਰਨ ਕਰਾਂ। ਏਵ ਵਿਚਾਰਤ ਪੁਰੀ ਪ੍ਰਵੇਸ਼ਾ। ਭਾਈ ਵਿਧੀ ਚੰਦ ਜੀ ਇਉਂ ਵਿਚਾਰਦੇ ਹੋਏ ਨਗਰ ਦੇ ਅੰਦਰ ਪ੍ਰਵੇਸ਼ ਹੋਏ। ਖਾਤੀ ਜੀਵਨ ਸਿੱਖ ਵਿਸ਼ੇਸ਼ਾ। ਇੱਕ ਜੀਵਨ ਨਾਮ ਦਾ ਤਰਖਾਣ ਸਿੱਖ ਰਹਿੰਦਾ ਸੀ। ਤਿਸ ਕੇ ਸਦਨ ਪ੍ਰਵੇਸ਼ਿਓ ਜਾਈ। ਔਰ ਉਸ ਤਰਖਾਣ ਸਿੱਖ ਭਾਈ ਜੀਵਨ ਦੇ ਘਰ ਭਾਈ ਵਿਧੀ ਚੰਦ ਜੀ ਚਲੇ ਗਏ। ਨਿਕਟ ਹੋਏ ਕਹਿ ਪਰਨੋ ਪਾਈ। ਔਰ ਨੇੜੇ ਹੋ ਕਰਕੇ ਪੈਰੀ ਪਾਉਣਾ ਕਿਹਾ। ਰਹਿਤ ਗੁਰੂ ਕੇ ਨਿਕਟ ਨਿਹਾਰਾ। ਔਰ ਭਾਈ ਜੀਵਨ ਨੇ ਭਾਈ ਵਿਧੀ ਚੰਦ ਜੀ ਨੂੰ ਗੁਰੂ ਕੀ ਹਜ਼ੂਰੀ ਵਿੱਚ ਰਹਿੰਦਿਆਂ ਦੇਖਿਆ ਸੀ। ਜੀਵਨ ਉਠਿਓ ਜਾਨ ਗੁਰ ਪਿਆਰਾ। ਔਰ ਗੁਰਾਂ ਦਾ ਪਿਆਰਾ ਸਿੱਖ ਜਾਣ ਕਰਕੇ ਭਾਈ ਜੀਵਨ ਉੱਠਿਆ ਸਤਕਾਰ ਵਾਸਤੇ। ਕਰ ਜੋਰਤ ਹੀ ਕਰੀ ਪ੍ਰਣਾਮ। ਦੋਨੇ ਹੱਥ ਜੋੜ ਕੇ ਭਾਈ ਵਿਧੀ ਚੰਦ ਜੀ ਨੂੰ ਨਮਸਕਾਰ ਕੀਤੀ। ਕਹਿਓ ਕਰੋ ਪਾਵਨ ਮਮ ਧਾਮੂ। ਬੇਨਤੀ ਕੀਤੀ ਕਿਰਪਾ ਕਰਕੇ ਸਾਡੇ ਗ੍ਰਹਿ ਵਿਖੇ ਚਰਨ ਪਾਓ, ਘਰ ਪਵਿੱਤਰ ਕਰੋ। ਸ੍ਰੀ ਸਤਿਗੁਰੂ ਮੋ ਸਾਹਿਬ ਭਾਰਾ। ਕਿਉਂਕਿ ਆਪ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਭਾਰੇ ਮੁਸਾਹਿਬ ਹੋ। ਆਨ ਚਰਨ ਮਮ ਘਰ ਮਹਿ ਧਾਰਾ। ਆਪ ਜੀ ਨੇ ਬੜੀ ਕਿਰਪਾ ਕੀਤੀ ਜੋ ਸਾਡੇ ਗ੍ਰਹਿ ਵਿਖੇ ਚਰਨ ਪਾਏ। ਮੰਚ ਡਸਾਏ ਬਸਾਏ ਆਨੰਦ। ਮੰਜਾ ਢਾ ਦਿੱਤਾ, ਬੇਨਤੀ ਕਰਕੇ ਮੰਜੇ ਤੇ ਬਿਠਾਇਆ ਭਾਈ ਵਿਧੀ ਚੰਦ ਜੀ ਨੂੰ। ਸਭ ਬਿਦ ਕੀਨੀ ਸੇਬ ਬਿਲੰਦ। ਹਰ ਤਰ੍ਹਾਂ ਕਰਕੇ ਖਾਣ ਪਾਣ ਦੀ ਸੇਵਾ ਕੀਤੀ। ਜਲ ਤਾਤੋ ਕਰ ਪਾਏ ਪਖਾਰੇ। ਔਰ ਤੱਤੇ ਜਲ ਦੇ ਨਾਲ ਪਹਿਲਾਂ ਚਰਨ ਧੋਤੇ। ਜਥਾ ਸਕਤ ਕਰ ਬਿਬਦ ਆਹਾਰੇ। ਜਥਾ ਸ਼ਕਤੀ ਅਨੁਸਾਰ ਨਾਨਾ ਪ੍ਰਕਾਰ ਦੇ ਸੁੰਦਰ ਸਵਾਦਿਸ਼ਟ ਭੋਜਨ ਤਿਆਰ ਕੀਤੇ। ਕਰ ਉਰ ਹਰ ਕੀ ਪਰਸ ਪਰ ਬੈਸੇ। ਔਰ ਹਿਰਦੇ ਵਿੱਚ ਬਹੁਤ ਪ੍ਰਸੰਨ ਹੋ ਕਰਕੇ ਭਾਈ ਜੀਵਨ ਤੇ ਭਾਈ ਵਿਧੀ ਚੰਦ ਜੀ ਦੋਨੇ ਬੈਠੇ। ਕਹਿ ਜੀਵਨ ਆਗ ਬਨੂ ਕੈਸੇ। ਭਾਈ ਜੀਵਨ ਨੇ ਪੁੱਛਿਆ ਭਾਈ ਵਿਧੀ ਚੰਦ ਜੀ ਨੂੰ ਕਿ ਤੁਹਾਡਾ ਕਿਵੇਂ ਲਾਹੌਰ ਸ਼ਹਿਰ ਵਿਖੇ ਆਉਣਾ ਹੋਇਆ। ਸ੍ਰੀ ਸਤਿਗੁਰ ਕੇ ਕਾਰਜ ਆਏ। ਜਾਂ ਤੁਸੀਂ ਗੁਰੂ ਸਾਹਿਬ ਜੀ ਦੇ ਕੰਮ ਆਏ ਹੋ। ਕਿਦੋ ਚਾਹੈ ਕੁਛ ਆਪਨ ਬਨਾਏ। ਜਾਂ ਤੁਸੀਂ ਆਪਣੇ ਕੰਮ ਲਈ ਆਏ ਹੋ। ਗੁਰੂ ਸਾਹਿਬ ਜੀ ਦੇ ਕੰਮ ਲਈ ਆਏ ਹੋ ਜਾਂ ਆਪਣੇ ਕੰਮ ਲਈ ਆਏ ਹੋ। ਭਾਗ ਵਿਸਾਲ ਪ੍ਰਥਮ ਕੇ ਮੇਰੇ। ਔਰ ਪੂਰਬਲੇ ਜਨਮ ਦੇ ਮੇਰੇ ਭਾਗ ਉਦੈ ਹੋਏ ਹਨ ਜੋ ਆਪ ਜੀ ਦੇ ਦਰਸ਼ਨ ਹੋਏ, ਆਪ ਜੀ ਦੇ ਚਰਨ ਪਏ ਮੇਰੇ ਗ੍ਰਹਿ ਵਿਖੇ। ਰਾਵਰ ਕਰਿਓ ਆਨ ਕਰ ਡੇਰੇ। ਔਰ ਆਪ ਜੀ ਨੇ ਸਾਡੇ ਘਰ ਵਿੱਚ ਡੇਰਾ ਕੀਤਾ, ਨਿਵਾਸ ਕੀਤਾ। ਵਿਧੀ ਚੰਦ ਸਭ ਗਾਥ ਸੁਣਾਈ। ਇਹ ਸੁਣ ਕੇ ਭਾਈ ਜੀਵਨ ਪਾਸੋਂ ਭਾਈ ਵਿਧੀ ਚੰਦ ਜੀ ਨੇ ਸਾਰੀ ਗਾਥਾ ਸੁਣਾਈ। ਸਤਿਗੁਰ ਉਚਿਤ ਵਸਤੂ ਇਸ ਥਾਈ। ਸਤਿਗੁਰਾਂ ਦੇ ਵਾਸਤੇ ਯੋਗ ਵਸਤੂ ਇੱਥੇ ਹੀ ਹੈ। ਮੈਂ ਜਾਨੋ ਕਹਿ ਤੂੰ ਲਖ ਪਾਵੋ। ਮੈਂ ਜਾਣਾ ਜਾਂ ਤੁਸੀਂ ਜਾਣੋ, ਇਹ ਗੱਲ ਸਾਡੇ ਦੋਹਾਂ ਦੇ ਵਿਚਕਾਰ ਰਹਿਣੀ ਚਾਹੀਦੀ ਹੈ। ਨਹੀਂ ਪੰਚਵੇਂ ਕਰਨ ਸੁਨਾਵੋ। ਤੇ ਪੰਜਵਾਂ ਕੰਨ ਨਹੀਂ ਸੁਣਨਾ ਚਾਹੀਦਾ। ਚੂੜਾਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਬਾ ਕਮਾਲ ਛੰਦਾਬੰਦੀ ਦੀ ਰਚਨਾ ਕੀਤੀ ਹੈ।
ਜਿਵੇਂ ਆਮ ਕਹਾਵਤ ਹੈ ਕਿ ਇਹ ਗੱਲ ਮੇਰੇ ਔਰ ਤੇਰੇ ਵਿੱਚ ਰਹਿਣੀ ਚਾਹੀਦੀ ਹੈ, ਤੀਜਾ ਨਾ ਸੁਣੇ। ਹੁਣ ਪੰਜਵਾਂ ਕਰਨ, ਕੰਨ, ਕਰਨ ਨਾਮ ਕੰਨ ਦਾ ਹੈ। ਦੋ ਜਣੇ ਹਨ, ਦੋ ਦੋ ਚਾਰ ਕੰਨ ਹੋ ਗਏ। ਹੁਣ ਪੰਜਵਾਂ ਕੰਨ ਭਾਵ ਤੀਜਾ ਬੰਦਾ, ਉਸ ਨੂੰ ਪਤਾ ਨਹੀਂ ਲੱਗਣਾ ਚਾਹੀਦਾ। ਤੀਜੇ ਬੰਦੇ ਨੂੰ ਕੁਝ ਪਤਾ ਨਾ ਲੱਗੇ, ਇਹ ਗੱਲ ਮੇਰੇ ਔਰ ਤੁਹਾਡੇ ਵਿੱਚ ਰਹਿਣੀ ਚਾਹੀਦੀ ਹੈ। ਬਲੀ ਤੁਰੰਗ ਸਾਹੋ ਕੇ ਪਿਆਰੇ। ਔਰ ਬਲੀ ਘੋੜੇ ਹਨ ਦਿਲਬਾਗ ਗੁਲਬਾਗ, ਜੋ ਸ਼ਾਹਜਹਾਂ ਬੜੇ ਪਿਆਰ ਦੇ ਨਾਲ ਆਪਣੀ ਨਿਗਾਹ ਹੇਠ ਰੱਖਦਾ ਹੈ। ਉਹ ਚਹ ਸ੍ਰੀ ਗੁਰ ਅਸਵਾਰੇ। ਔਰ ਉਹ ਘੋੜੇ ਗੁਰੂ ਸਾਹਿਬ ਜੀ ਦੀ ਅਸਵਾਰੀ ਵਾਸਤੇ ਚਾਹੀਦੇ ਹਨ। ਕਿਮ ਪਹੁੰਚੋ ਮੈਂ ਜੁਗਤ ਬਤਾਵਹੁ। ਹੇ ਭਾਈ ਜੀਵਨ ਜੀ, ਕਿਵੇਂ ਮੈਂ ਕਿਲੇ ਵਿੱਚ ਪਹੁੰਚਾਂ, ਕਿਵੇਂ ਪ੍ਰਵੇਸ਼ ਕਰਾਂ, ਕੋਈ ਯੁਗਤੀ ਦੱਸੋ। ਕਿਮ ਨਿਕਸਹਿ ਸਭ ਭੇਦ ਬੁਝਾਵਹੁ। ਫਿਰ ਘੋੜਾ ਲੈ ਕੇ ਕਿਵੇਂ ਨਿਕਲਾਂਗਾ, ਸਾਰਾ ਭੇਦ ਮੈਨੂੰ ਦੱਸੋ। ਤੂੰ ਪੁਰ ਬਸਹਿ ਲਖੈ ਸਭ ਕਾਹੂ। ਤੁਸੀਂ ਲਾਹੌਰ ਸ਼ਹਿਰ ਵਿੱਚ ਵਸਦੇ ਹੋ, ਸਾਰਾ ਭੇਦ ਤੁਸੀਂ ਜਾਣਦੇ ਹੋ। ਕਿਸ ਥਲ ਕਰੇ ਰਹਿਤ ਕੋ ਪਾਹੂ। ਔਰ ਕਿਸ ਦੇ ਪਾਸ ਜਾ ਕੇ, ਕਿਸ ਸਥਾਨ ਤੇ ਮੈਂ ਰਹਿਣਾ ਕਰਾਂ। ਕਹਾ ਨਾਮ ਜੋ ਰਹਿ ਦਰੋਗਾ। ਕਿਲੇ ਦਾ ਜੋ ਦਰੋਗਾ ਹੈ ਉਹਦਾ ਨਾਮ ਕੀ ਹੈ। ਤਕਰਾਈ ਹਿਤ ਕੇ ਤਕ ਲੋਗਾ। ਟਕਰਾਈ ਵਾਸਤੇ ਜਿਸ ਨੇ ਬਹੁਤ ਸਾਰੇ ਸਿਪਾਹੀ ਮੁਸਤੈਦ ਕੀਤੇ ਹੋਏ ਹਨ। ਸੁਨ ਜੀਵਨ ਮਨ ਮਹਿ ਬਿਸਮਾਇਓ। ਭਾਈ ਜੀਵਨ ਜੀ ਸੁਣ ਕੇ ਮਨ ਵਿੱਚ ਬੜੇ ਹੈਰਾਨ ਹੋਏ। ਦੁਸਤਰ ਕਾਜ ਕਰਨ ਹਿਤ ਆਇਓ। ਮਨ 'ਚ ਵਿਚਾਰਨ ਲੱਗੇ ਭਾਈ ਜੀਵਨ ਜੀ ਕਿ ਭਾਈ ਬਿਧੀ ਚੰਦ ਜੀ ਬਹੁਤ ਕਠਿਨ ਕੰਮ ਕਰਨ ਵਾਸਤੇ ਆਏ ਹਨ। ਸੰਮਨ ਬੁਰਜ ਸਾਹੋ ਕੋ ਬਾਸਾ। ਹੁਣ ਕਹਿਣ ਲੱਗੇ ਭਾਈ ਜੀਵਨ ਜੀ ਕਿ ਸੰਮਨ ਬੁਰਜ ਵਿੱਚ ਸ਼ਾਹਜਹਾਂ ਦਾ ਨਿਵਾਸ ਹੈ। ਚਪਲ ਤੁਰੰਗਨ ਪਾਸ ਨਿਵਾਸਾ। ਔਰ ਚੰਚਲ ਬਲੀ ਘੋੜਿਆਂ ਦੇ ਪਾਸ ਹੀ ਆਪਣਾ ਨਿਵਾਸ ਰੱਖਦਾ, ਆਪਣੀ ਨਿਗਾਹ ਹੇਠ ਰੱਖਦਾ ਹੈ। ਨਰਨ ਸੈਂਕੜੇ ਕੀ ਰਖਵਾਰੀ। ਸੈਂਕੜੇ ਸਿਪਾਹੀ ਜਿਸ ਘੋੜਿਆਂ ਦੀ ਰਖਵਾਲੀ ਵਾਸਤੇ ਨਿਯੁਕਤ ਕੀਤੇ ਹੋਏ ਹਨ। ਸੇਵਕ ਸੇਵਕ ਰਹਿ ਤਿਨ ਭਾਰੀ। ਔਰ ਬਹੁਤ ਸਾਰੇ ਸੇਵਕ ਸੇਵਾ ਵਾਸਤੇ ਮੁਸਤੈਦ ਹਨ। ਹੋਰ ਅਨੇਕਨ ਕੇ ਰਹਿ ਅੰਤਰ। ਅਨੇਕ ਦਰਵਾਜ਼ਿਆਂ ਦੇ ਅੰਦਰ ਉਹ ਘੋੜੇ ਰਹਿੰਦੇ ਹਨ। ਗਨ ਭਟ ਸ਼ਾਸਤਰਨ ਸਹਿਤ ਨਿਰੰਤਰ। ਬਹੁਤ ਸਾਰੇ ਸੂਰਮੇ ਸ਼ਸਤਰਧਾਰੀ ਸਿਪਾਹੀ ਤਿਆਰ ਬਰ ਤਿਆਰ ਪਹਿਰਾ ਦਿੰਦੇ ਹਨ। ਸੌਂਦੇ ਖਾਨ ਜੋ ਨਾਮ ਦਰੋਗਾ। ਕਿਲੇ ਦਾ ਜੋ ਦਰੋਗਾ ਹੈ ਉਹਦਾ ਨਾਮ ਸੌਂਦੇ ਖਾਂ ਹੈ। ਜਿਸ ਕੇ ਅਨੁਸਾਰੀ ਬਹੁ ਲੋਗਾ। ਜਿਸ ਦੇ ਅਨੁਸਾਰ ਬਹੁਤ ਸਾਰੇ ਸਿਪਾਹੀ ਰਹਿੰਦੇ ਹਨ। ਕਿਸ ਹੀ ਬਿਦ ਜੋ ਨਹਿ ਬਨ ਆਵੇ। ਔਰ ਕਿਸੇ ਪ੍ਰਕਾਰ ਜੋ ਕੰਮ ਨਾ ਬਣ ਆਵੇ। ਤੂੰ ਕਰ ਲੈ ਜੇ ਸਤਿਗੁਰ ਭਾਵੇ। ਜੇ ਸਤਿਗੁਰੂ ਜੀ ਚਾਹਣ ਤਾਂ ਤੁਸੀਂ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਕਰ ਸਕਦੇ ਹੋ, ਉਹ ਕੰਮ ਬਣਾ ਸਕਦੇ ਹੋ। ਅਗਮ ਥਾਨ ਕਿਮ ਪਹੁੰਚਨ ਪਾਸ। ਉਹ ਅਗਮ ਥਾਨ ਹੈ ਜਿੱਥੇ ਅਗਮ ਗਮਤਾ ਤੋਂ ਪਰੇ ਹੈ, ਜਿੱਥੇ ਤੱਕ ਕਿਸੇ ਦੀ ਪਹੁੰਚ ਨਹੀਂ ਹੈ। ਬਹੁਤ ਦੁਰਗਮ ਅਤੇ ਅਗਮ ਥਾਨ ਹੈ ਜਿੱਥੇ ਕੋਈ ਪਹੁੰਚ ਨਹੀਂ ਸਕਦਾ। ਕਹਾਂ ਸੋ ਲੈ ਕੇ ਜਾਨ ਅਵਸ। ਔਰ ਉੱਥੋਂ ਘੋੜੇ ਲੈ ਕੇ ਆਪਣੇ ਘਰ ਜਾਣਾ ਇਹ ਵੀ ਬੜਾ ਔਖਾ ਹੈ। ਗੁਰ ਦੁਰਗਮ ਕੋ ਸੁਗਮ ਬਨਾਵੇ। ਪਰ ਸਾਨੂੰ ਨਿਸ਼ਚਾ ਹੈ ਕਿ ਗੁਰੂ ਸਾਹਿਬ ਜੀ ਦੁਰਗਮ ਨੂੰ ਸੁਗਮ ਬਣਾ ਸਕਦੇ ਹਨ। ਅਬਲ ਬਲੀ ਕਰ ਬਲ ਨਿਬੁਲਾਵੇ। ਔਰ ਬਲੀ ਨੂੰ ਨਿਰਬਲ, ਨਿਰਬਲ ਨੂੰ ਬਲੀ ਬਣਾ ਸਕਦੇ ਹਨ। ਅਪਰ ਕੌਣ ਪਹੁੰਚਹਿ ਤਹ ਜਾਈ। ਹੋਰ ਕੌਣ ਉੱਥੋਂ ਤੱਕ ਪਹੁੰਚ ਸਕਦਾ, ਗੁਰੂ ਕਿਰਪਾ ਤੋਂ ਬਿਨਾ ਕੌਣ ਉੱਥੇ ਦੁਰਗਮ ਸਥਾਨ ਤੇ ਪਹੁੰਚ ਸਕਦਾ ਹੈ। ਹੋਏ ਤਸ ਕਰ ਲੈ ਚਲ ਹੈ ਪਲਾਈ। ਔਰ ਜੋ ਚੋਰ ਵਾਂਗ ਘੋੜੇ ਲੈ ਕਰਕੇ, ਘੋੜੇ ਚੋਰੀ ਕਰਕੇ ਲੈ ਕੇ ਚਲਾ ਜਾਵੇ। ਸੁਨ ਵਿਦਿਆ ਕਹਿ ਗੁਰੂ ਭਰੋਸੇ। ਔਰ ਭਾਈ ਬਿਧੀ ਚੰਦ ਜੀ ਸੁਣ ਕਰਕੇ ਗੁਰੂ ਦਾ ਭਰੋਸਾ,
ਹਿਰਦੇ ਵਿੱਚ ਵਸਾਉਂਦੇ ਹੋਏ, ਨਿਸ਼ਚਾ ਧਾਰਦੇ ਹੋਏ। ਸੁਨ ਵਿਦਿਆ ਕਹਿ ਗੁਰੂ ਭਰੋਸੇ। ਔਰ हे ਭਾਈ ਜੀਵਨ ਜੀ ਕਹਿ ਰਹੇ ਨੇ, हे ਭਾਈ ਵਿਧੀ ਚੰਦ ਜੀ, ਗੁਰੂ ਭਰੋਸੇ ਮੈਂ ਚਲ ਆਇਓ ਕੇਤਕ ਕੈ ਕੋਸੇ। ਮੈਂ ਕਿਤਨੇ ਕੋਸ਼ ਚੱਲ ਕੇ, ਇਤਨੇ ਕੋਸ਼ ਚੱਲ ਕੇ ਆਇਆ ਹਾਂ। ਸਭ ਕਾਰਜ ਕਰ ਲੇਹ ਸੁਖਾਰੇ। ਸੁਖੈ ਨਹੀਂ ਸਾਰੇ ਕਾਰਜ ਕਰ ਸਕਦੇ ਹੋ। ਕਹਾਂ ਹਰਨ ਹੈ ਸਾਹੋ ਵਿਚਾਰੇ। ਔਰ ਸਾਹ ਵਿਚਾਰਦਾ ਹੀ ਰਹੇਗਾ, ਸੋਚਦਾ ਹੀ ਰਹਿ ਜਾਏਗਾ। ਜਦੋਂ ਘੋੜਾ ਚੋਰੀ ਹੋ ਗਿਆ, ਦੂਬ ਖੁਰਚਣਾ ਇੱਕ ਕਰ ਦੀਜੈ। ਭਾਈ ਵਿਧੀ ਚੰਦ ਜੀ ਕਹਿਣ ਲੱਗੇ ਭਾਈ ਜੀਵਨ ਨੂੰ ਕਿ ਦੂਬ ਘਾਹ ਖੋਤਣ ਲਈ ਖੁਰਚਣਾ ਬਣਾ ਕੇ ਦੇਣਾ ਕਰੋ। ਪੁਰਹੁ ਮਨੋਰਥ ਬਾਕ ਕਹੀਜੈ। ਔਰ ਮਨੋਰਥ ਪੂਰਨ ਕਰੋ, ਮਨੋਰਥ ਪੂਰਨ ਹੋਵੇ ਇਹ ਬਚਨ ਕਰੋ। ਤੁਸੀਂ ਵੀ ਗੁਰੂ ਕੇ ਪਿਆਰੇ ਸਿੱਖ ਹੋ, ਇਹ ਬਚਨ ਕਰ ਦਿਓ ਮੇਰੇ ਆਉਣ ਦਾ ਮਨੋਰਥ ਸਿੱਧ ਹੋ ਜਾਵੇ, ਪੂਰਾ ਹੋ ਜਾਵੇ। ਜੀਵਨ ਕਹਿਓ ਦਿਉ ਕਰ ਆਛੇ। ਭਾਈ ਜੀਵਨ ਨੇ ਕਿਹਾ ਕਿ ਮੈਂ ਚੰਗਾ ਖੁਰਚਣਾ ਬਣਾ ਦਿੰਦਾ ਹਾਂ। ਅਪਰ ਵਸੂਲੀ ਜਹ ਚਿਤ ਬਾਛੇ। ਹੋਰ ਜੋ ਵਸਤੂਆਂ ਚਾਹੀਦੀਆਂ ਹਨ ਉਹ ਵੀ ਲੈਣੀਆਂ ਕਰੋ। ਵਿਦਿਆ ਕਹਿ ਅਪਰ ਨਹਿ ਚਾਹੂ। ਭਾਈ ਵਿਧੀ ਚੰਦ ਜੀ ਕਹਿਣ ਲੱਗੇ ਹੋਰ ਕਿਸੇ ਵਸਤੂ ਦੀ ਚਾਹ ਨਹੀਂ, ਇੱਕ ਖੁਰਚਣਾ ਚਾਹੀਦਾ ਘਾਹ ਖੋਤਣ ਵਾਸਤੇ। ਬਾਛਤ ਹੂ ਤੋ ਕਹਿਓ ਤੁਬ ਪਾਹੂ। ਔਰ ਜੋ ਚੀਜ਼ ਚਾਹੀਦੀ ਸੀ ਉਹ ਤੁਹਾਥੋਂ ਮੈਂ ਮੰਗ ਲਈ ਹੈ। ਇਮ ਕਹਿ ਸੁਪਤਿਓ ਸੁਖ ਕੋ ਪਾਏ। ਇਉਂ ਬਚਨ ਬਿਲਾਸ ਕਰਕੇ ਔਰ ਜੁਗਤੀ ਸੁਣ ਕਰਕੇ ਔਰ ਦੱਸ ਕਰਕੇ ਦੋਵੇਂ ਜਣੇ ਸੌਂ ਗਏ। ਜੀਵਨ ਲਗਿਓ ਕਰਨ ਹਰ ਖਾਏ। ਔਰ ਭਾਈ ਜੀਵਨ ਜੀ ਪ੍ਰਸੰਨ ਚਿਤ ਹੋ ਕਰਕੇ ਖੁਰਚਣਾ ਤਿਆਰ ਕਰਨ ਲੱਗੇ। ਲੈ ਆਛੇ ਲੋਹਾ ਤਿਨ ਕਰਿਓ। ਚੰਗਾ ਫੌਲਾਦੀ ਲੋਹਾ ਲੈ ਕਰਕੇ ਘੜਨਾ ਕੀਤਾ। ਦਸਤਾ ਕਾਸ਼ਟ ਕੋ ਕਰ ਜਰਿਓ। ਔਰ ਖੁਰਚਣਾ ਤਿਆਰ ਕਰਕੇ ਇੱਕ ਕਾਠ ਦਾ ਦਸਤਾ, ਲੱਕੜ ਦਾ ਦਸਤਾ ਲਗਾਇਆ। ਪ੍ਰਾਤ ਹੋਤ ਲੋ ਕਰ ਕੇ ਤਿਆਰੀ। ਪ੍ਰਾਤः ਕਾਲ ਹੁੰਦਿਆਂ ਤੱਕ ਖੁਰਚਣਾ ਤਿਆਰ ਕਰ ਦਿੱਤਾ। ਵਿਧੀ ਚੰਦ ਕੇ ਧਰਿਓ ਅਗਾਰੀ। ਉਹ ਖੁਰਚਣਾ ਤਿਆਰ ਕਰਕੇ ਭਾਈ ਜੀਵਨ ਨੇ ਭਾਈ ਵਿਧੀ ਚੰਦ ਦੇ ਅੱਗੇ ਰੱਖ ਦਿੱਤਾ। ਦੇਖਿਓ ਹਰਖਿਓ ਆਛੋ ਕਰਿਓ। ਭਾਈ ਵਿਧੀ ਚੰਦ ਜੀ ਉਹ ਖੁਰਚਣਾ ਦੇਖ ਕਰਕੇ ਬੜੇ ਪ੍ਰਸੰਨ ਹੋਏ। ਸਤਨਾਮ ਕਹਿ ਕਰ ਮਹਿ ਤਰਿਓ। ਸਤਨਾਮ ਵਾਹਿਗੁਰੂ ਉਚਾਰਨ ਕਰਕੇ ਖੁਰਚਣਾ ਆਪਣੇ ਹੱਥ ਵਿੱਚ ਫੜਿਆ। ਹਿਤ ਬੰਧਨ ਕੇ ਲੇ ਇੱਕ ਜਾਰੀ। ਔਰ ਘਾਹ ਬੰਨਣ ਵਾਸਤੇ, ਘਾਹ ਦੀ ਪੰਡ ਬੰਨਣ ਵਾਸਤੇ ਇੱਕ ਜਾਲੀ ਲੈਣਾ ਕੀਤੀ। ਨਗਰ ਵਹਿਰ ਗਮਨਿਓ ਮਤ ਭਾਰੀ। ਨਗਰ ਦੇ ਬਾਹਰ ਔਰ ਗਏ ਬਹੁਤ ਬਰੀਕ ਮਹੀਨ ਬੁੱਧੀ ਵਾਲੇ ਭਾਈ ਵਿਧੀ ਚੰਦ ਜੀ। ਐਰਾਵਤੀ ਕੀਨ ਇਸਨਾਨਾ। ਰਾਵੀ ਦਰਿਆ ਵਿੱਚ ਇਸ਼ਨਾਨ ਕੀਤਾ। ਮੁਖ ਤੇ ਜਪ ਜੀ ਪਾਠ ਬਖਾਨਾ। ਇਸ਼ਨਾਨ ਕਰਕੇ ਮੁਖੋਂ ਸ੍ਰੀ ਜਪਜੀ ਸਾਹਿਬ ਦਾ ਪਾਠ ਉਚਾਰਨ ਕੀਤਾ। ਨਿਸ ਕੀ ਜਮੀ ਦੂਰ ਬਾ ਜਹਾਂ। ਔਰ ਜਿੱਥੇ ਰਾਤ ਦੀ ਜਮੀ ਹੋਈ ਦੂਰਬਾ ਘਾਹ ਸੀ, ਹਰੇ ਹਰੇ ਘਾਹ ਸਨ ਜਿੱਥੇ। ਖੁਰਚਣ ਲਗਿਓ ਜਾਏ ਕਰ ਤਹਾਂ। ਉੱਥੇ ਜਾ ਕਰਕੇ ਧੂਪ ਘਾਹ ਖੁਰਚਣ ਲੱਗੇ ਭਾਈ ਵਿਧੀ ਚੰਦ ਜੀ। ਗੁਰ ਗੁਰ ਧਿਆਨ ਬਦਨ ਗੁਰਬਾਨੀ। ਹਿਰਦੇ ਵਿੱਚ ਸਤਿਗੁਰਾਂ ਦੇ ਸਰੂਪ ਦਾ ਧਿਆਨ ਹੈ, ਮੁਖੋਂ ਗੁਰਬਾਣੀ ਪੜ੍ਹਦੇ ਹਨ। ਗੁਰ ਕੋ ਹੈ ਲਖ ਸੇਵਾ ਠਾਨੀ। ਔਰ ਗੁਰਾਂ ਵਾਸਤੇ, ਗੁਰਾਂ ਦੇ ਕੰਮ ਵਾਸਤੇ ਮੈਂ ਆਇਆ ਹਾਂ। ਇਹ ਕੰਮ ਗੁਰਾਂ ਦਾ ਹੈ, ਮੈਂ ਤਾਂ ਬਹਾਨਾ ਬਣ ਕੇ ਆਇਆ ਹਾਂ। ਔਰ ਘਾਹ ਖੋਦਦੇ ਹਨ, ਮੁਖੋਂ ਗੁਰਬਾਣੀ ਪੜ੍ਹਦੇ ਜਾਂਦੇ ਹਨ, ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਾਰ ਕੇ। ਅਦਕ ਪ੍ਰੀਤ ਤੇ ਕਰਤ ਬਟੋਰਨ। ਬੜੀ ਪ੍ਰੀਤੀ ਦੇ ਸਹਿਤ ਗੁਰੂ ਕਾ ਘੋੜਾ ਜਾਣ ਕੇ ਕਿ ਗੁਰੂ ਦੀ ਘੋੜਿਆਂ ਦੀ ਸੇਵਾ ਕਰਨ ਮੈਂ ਆਇਆ ਹਾਂ। ਹਰਤ ਰੁਚਰ ਕੀ ਨਸਹਿਤ ਥੋਰਨਾ। ਔਰ ਹਰੇ ਹਰੇ ਘਾਹ ਸੁੰਦਰ ਨਰਮ ਹਰੇ ਹਰੇ ਘਾਹ ਖੋਦ ਕੇ ਇਕੱਠੇ ਕਰ ਲਏ। ਸੋ ਸਾਧ ਸੰਗਤ ਜੀ, ਇੱਥੇ ਇਤਿਹਾਸ ਸੰਪੂਰਨ ਹੋਇਆ, ਸਮਾਂ ਵੀ ਸਮਾਪਤ ਹੈ। ਅਗਲੀ ਕਥਾ ਅਗਲੇ ਪ੍ਰਕਰਨ ਅੰਦਰ ਆਪਾਂ ਕੱਲ ਨੂੰ ਸਰਵਣ ਕਰਾਂਗੇ।
ਆਓ 2 ਮਿੰਟ ਵਾਹਿਗੁਰੂ ਗੁਰਮੰਤਰ ਦੀ ਹਾਜ਼ਰੀ ਲਾ ਕੇ ਉਪਰੰਤ ਸਮਾਪਤੀ। ਕੋਈ ਰਸਨਾ ਵਾਂਝੀ ਨਾ ਰਹੇ। ਊਠਤ ਬੈਠਤ ਸੋਭਤ ਨਾਮ, ਕਹੋ ਨਾਨਕ ਜਨ ਕੈ ਸਦਕਾਮ। ਊਠਤ ਬੈਠਤ ਸੋਭਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਸੋ ਵਾਹਿਗੁਰੂ ਮੰਤਰ ਦਾ ਉਚਾਰਨ ਕਰੀਏ। ਸਾਰੇ ਮਾਈ ਭਾਈ ਰਲ ਮਿਲ ਕੇ ਜਾਪ ਕਰੀਏ। ਵਾਹਿਗੁਰੂ 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 ਹਰ ਹਰ ਨਾਮ ਜਪੰਤਿਆਂ ਕਛ ਨ ਕਹੈ ਜਮ ਕਾਲ। ਨਾਨਕ ਮੰਤਨ ਸੁਖੀ ਹੋਏ, ਅੰਤੇ ਮਿਲੇ ਗੋਪਾਲ। ਔਰ ਗੁਰ ਧਿਆਨ ਬਦਨ ਗੁਰਬਾਨੀ, ਗੁਰ ਕੋ ਹੈ ਲਖ ਸੇਵਾ ठानी ਅਧਿਕ ਪ੍ਰੀਤ ਤੇ ਕਰਤ ਬਟੋਰਨ, ਹਰਤ ਰੁਚਰ ਕੀਨਤ ਹਿਤ ਥੋਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।